टॉपिक सेगा सेंटर ऑफ मास ऑफ टू पार्टिकल सिस्टम। मैंने उन्हें डिफाइन है किया कि जे तुहाडे कोल दो पार्टिकल का सिस्टम होए ते असीं ओदा सेंटर ऑफ मास फाइंड आउट करना होवे कि कित्थे लाई करदा ना, ते कहंदा पुੱਤ ओदा सेंटर ऑफ मास किदा फाइंड आउट करांगे, ओदी लोकेशन फाइंड आउट करना फार्मूला अपने कोल किहड़ा बनना। ਉਹਦੇ ਵਾਸਤੇ ਡਿਫਾਈਨ ਕੀਤਾ ਸੀਗਾ एग्जांपल कोई भी कंसीडर कर सकते हैं। सिंपलेस्ट एग्जांपल एक लेती सीगी, मान लो O2 का एक मॉलिक्यूल आ, ऑक्सीजन का एक मॉलिक्यूल आ, HCl का एक मॉलिक्यूल आ, जिस दो पार्टिकल्स ने, मतलब दो एटम तो बनया एक सिंगल सिस्टम हैगा। ਉਹਦਾ सेंटर ऑफ मास लोकेट करना होवे कित्थे लाई करदा ते ਉਹਦੇ ਲਈ ਫਾਰਮੂਲਾ ਕੀ ਬਣੇਗਾ ਤੇ ਉਹਦੇ ਲਈ ਆਪਾਂ ਉਹਦੀ ਫਿਗਰ ਦੇ ਅੰਦਰ ਡਿਫਾਈਨ ਕੀਤਾ ਸੀਗਾ ਕਿ ਆਪਣੇ ਕੋਲ x ਤੇ y ਕੋਆਰਡੀਨੇਟ ਆ ਗਏ, ਠੀਕ ਹੈ। ਇਹਦੇ ਅੰਦਰ ਅਸੀਂ ਕਿਹਾ ਸੀ ਜੀ ਇੱਕ ਪਾਰਟੀਕਲ A ਪੋਜੀਸ਼ਨ ਤੇ ਲਾਈ ਕਰਦਾ, m1 ਮਾਸ ਹੋਏਗਾ ਉਸ ਪਾਰਟੀਕਲ ਦਾ और ਇਹਦਾ ਪੋਜੀਸ਼ਨ ਵੈਕਟਰ ਸਾਡੇ ਕੋਲ r1 ਸੀਗਾ। ਸੈਕੰਡ ਪਾਰਟੀਕਲ B ਪੁਆਇੰਟ ਤੇ ਲਾਈ ਕਰਦਾ, ਮਾਸ m2 ਆ ਗਿਆ और ਉਹਦਾ ਪੋਜੀਸ਼ਨ ਵੈਕਟਰ r2 ਸੀਗਾ। तो ਅਸੀਂ ਕਿਹਾ ਸੀ ਜਿਹੜੀ ਲਾਈਨ ਜੁਆਇਨਿੰਗ ਦਾ ਟੂ ਪਾਰਟੀਕਲ ਹੋਏਗੀ ਉਸ ਲਾਈਨ ਦੇ ਅਲੋਂਗ ਮੇਰਾ ਸੈਂਟਰ ਆਫ ਮਾਸ ਕਿਤੇ ਆਏਗਾ। यानी लाइन जॉइनिंग आ AB लाइन आ गई, इस लाइन ਦੇ ਉੱਤੇ ਕਿਤੇ ਵੀ ਅਸੀਂ ਕੰਸੀਡਰ ਕਰ ਲਿਆ ਕਿ ਆ C ਪੁਆਇੰਟ ਆ, ਇਸ C ਪੁਆਇੰਟ ਤੇ ਸੈਂਟਰ ਆਫ ਮਾਸ ਪਿਆ, ਇਹਦੀ ਸੈਂਟਰ ਆਫ ਮਾਸ ਦੀ ਲੋਕੇਸ਼ਨ C ਆ ਤੇ C ਨੂੰ origin ਤੋਂ ਡਿਫਾਈਨ ਕਰਨ ਵਾਸਤੇ ਆਪਾਂ ਇੱਕ ਪੋਜੀਸ਼ਨ ਵੈਕਟਰ ਇੱਥੇ ਡਿਫਾਈਨ ਕਰ ਦਿੱਤਾ, ਉਹਨੂੰ ਨਾਮ ਦਿੱਤਾ R। ਹੁਣ ਇਹਦੇ ਕੋਆਰਡੀਨੇਟ ਮੰਨ ਲਓ ਆ ਗਏ ਜੀ x ਤੇ y, ਇਹਦੇ ਕੋਆਰਡੀਨੇਟ ਮੰਨ ਲਓ x1 y1 ਆ, ਇਹਦੇ x2 y2 ਆ, ਇਹਦੇ ਕੋਆਰਡੀਨੇਟ xy ਆ ਗਏ। ਉਹਨੇ ਕਿਹਾ ਕਿ ਵੀ ਇਸ r ਵੈਕਟਰ ਦੀ ਵੈਲਿਊ r1 r2 m1 m2 ਦੀ ਫਾਰਮ ਚ ਫਾਈਂਡ ਆਊਟ ਕਰੋ। ਅਸੀਂ ਇਹ ਕਿਹਾ ਸੀਗਾ ਕਿ ਜਿਹੜੇ ਦੋ ਪਾਰਟੀਕਲ ਕੰਸੀਡਰ ਕਰਦੇ ਹੋ ਇਹ ਦੋਨੋਂ ਇੱਕ ਦੂਸਰੇ ਦੇ ਉੱਤੇ ਇੰਡੀਵਿਜੂਅਲ ਇੰਟਰਨਲ ਫੋਰਸਿਸ ਲਗਾਉਂਦੇ ਆ, ਠੀਕ ਹੈ। ਜਿਹੜੀ ਫੋਰਸ ਆਪਣੀ ਫਰਸਟ ਪਾਰਟੀਕਲ ਦੇ ਉੱਤੇ ਐਕਟ ਕਰੇਗੀ ਇਸ ਫੋਰਸ ਨੂੰ ਅਸੀਂ ਨਾਮ ਦਿੱਤਾ ਸੀ F12। ਜਿਹੜੀ ਫੋਰਸ B ਪਾਰਟੀਕਲ ਤੇ ਐਕਟ ਕਰੇਗੀ, ਠੀਕ ਹੈ, ਬਾय ਦਾ ਫਰਸਟ ਪਾਰਟੀਕਲ A, इस फोर्स ਨੂੰ ਅਸੀਂ ਨਾਮ ਦਿੱਤਾ ਸੀ, ਇਹਨੂੰ ਨਾਮ ਦੇ ਦਿਓ F21, ठीक है। यानी दो इंटरनल फोर्सेस लेतियां F12 ਤੇ F21, क्लियर है? यस सर। यस सर। ठीक ਅਸੀਂ ਕਿਹਾ ਸੀਗਾ ਜੀ ਫਰਸਟ ਪਾਰਟੀਕਲ ਦੇ ਉੱਤੇ ਜਿਹੜੀ ਬਾਹਰੋਂ ਐਕਸਟਰਨਲ ਫੋਰਸ ਲੱਗੀ ਉਹਨੂੰ ਆਪਾਂ ਨਾਮ F1 ਦੇ ਦਿੱਤਾ, ਜਿਹੜੀ ਫੋਰਸ ਸੈਕੰਡ ਪਾਰਟੀਕਲ ਤੇ ਲੱਗੀ ਉਹਨੂੰ ਨਾਮ ਅਸੀਂ F2 ਰੱਖ ਦਿੱਤਾ, ठीक है। ਤੇ ਮੁੜ ਕੇ ਅਸੀਂ ਕਿਹਾ ਸੀ ਇਹਦਾ ਮਤਲਬ ਕੋਈ ਵੀ ਇੱਕ ਇੰਡੀਵਿਜੂਅਲ ਪਾਰਟੀਕਲ ਲਵਾਂ, ਠੀਕ ਹੈ, that will be under the influence of ਕਹਿੰਦਾ ਜੀ two forces। ਇਸ ਪਾਰਟੀਕਲ ਤੇ ਇੱਕ F12 ਤੇ ਇੱਕ F1 ਦੋ ਫੋਰਸਸ ਲਾਈ ਕਰਦੀਆਂ ਤੇ ਨਿਊਟਨ ਦੇ ਸੈਕੰਡ ਲਾਅ ਦੇ ਅਕੋਰਡਿੰਗਲੀ ਜਿੱਥੇ ਫੋਰਸ ਲੱਗੇਗੀ ਉਸ ਪਾਰਟੀਕਲ ਦਾ ਅਸੀਂ ਕਹਿੰਦੇ ਮੋਮੈਂਟਮ ਚੇਂਜ ਹੋਏਗਾ। ਇਹਨੇ ਆਪਾਂ ਗੱਲ ਇੱਥੋਂ ਸ਼ੁਰੂ ਕੀਤੀ ਸੀਗੀ, ਅਕੋਰਡਿੰਗ ਟੂ ਨਿਊਟਨ ਸੈਕੰਡ ਲਾਅ, according to Newton's second law, F equal to dp by dt। इस कंडीशन ਅਸੀਂ डिफाइन ਕੀਤਾ ਸੀ फर्स्ट और सेकंड ਦੋਨਾਂ ਪਾਰਟੀਕਲ ਵਾਸਤੇ ਤੇ ਆਪਣੀ ਕੰਡੀਸ਼ਨ ਬਣੀ ਸੀ फर्स्ट ਪਾਰਟੀਕਲ ਲਈ F1 plus F12 equal to dp1 by dt। ਮੁੜ ਕੇ ਮੋਮੈਂਟਮ ਦੀ ਵੈਲਿਊ ਪੁੱਟ ਅਪ ਕਰ ਦਿਓ, बट p1 ਦੀ ਵੈਲਿਊ ਆ ਜਾਏਗੀ m1 v1, ठीक है। थोड़ा ਜਿਹਾ ਹੁਣ ਸ਼ਾਰਟ ਕਰਦਾ ਪਿਆ ਬੇਟਾ, और वेलोसिटी दी वैल्यू ਅਸੀਂ पुट ਕੀਤੀ ਸੀਗੀ dr1 by dt। क्या आज क्लियर है स्टेप जो बनाना पिया? यस सर। यस सर। मोमेंटम दी वैल्यू ਉੱਥੇ ਪੁੱਟ ਅਪ ਕਰ ਲਓ ਤੇ देयरफॉर ਸਾਡੇ ਕੋਲ ਫਰਸਟ ਪਾਰਟੀਕਲ ਲਈ ਇਕੁਏਸ਼ਨ ਬਣ ਗਈ ਸੀਗੀ F1 F12 equal to m1 into ਸਿੱਧਾ ਲਿਖ ਰਿਹਾ d2r1 by dt square। एक d by dt ਇਹਦੇ ਨਾਲ ਇੱਕ d by dt ਇਹਦੇ ਨਾਲ ਕੰਬਾਈਨ ਕਰਕੇ ਸਾਡੀ ਇਕੁਏਸ਼ਨ ਬਣੀ ਸੀ m1 into d2 r1 by dt square। ਯਾਨੀ ਫਰਸਟ ਪਾਰਟੀਕਲ ਤੇ ਜਿਹੜੀ ਟੋਟਲ ਫੋਰਸ ਆ ਉਹਦੇ ਨਾਲ ਇੰਨੀ ਉਹਦੇ ਮੋਮੈਂਟਮ ਦੀ ਚੇਂਜ ਆਈ ਆ। क्या फर्स्ट इक्वेशन क्लियर है? यस सर। किसी ਨੂੰ कोई स्टेप नहीं क्लियर तो एक बार बोल दो बेटा, क्योंकि दूसरे पार्टिकल पर सिमिलर लिखना वा। क्या इना क्लियर है साਰਿਆਂ ਨੂੰ? यस सर। यस सर। यस सर। इस तो बाद ਅਸੀਂ ਕਿਹਾ ਸੀ ਜੀ ਸਿਮਿਲਰਲੀ ਸੈਕੰਡ ਪਾਰਟੀਕਲ ਲਈ ਡਿਫਾਈਨ ਕਰੀਏ ਤੇ ਆਪਣੇ ਕੋਲ ਆ ਗਿਆ F2 F21 equal to m2 into d2r2 by dt square।
ਆਪਾਂ ਸੈਂਟਰ ਮਾਸ ਦੀ ਡੈਫੀਨੇਸ਼ਨ ਦੇ ਵਿੱਚ ਵਰਡ ਇਹ ਲਿੱਤੇ ਸੀਗੇ ਕਿ ਜਿਹੜੀ ਫੋਰਸ ਪਹਿਲੇ ਤੇ ਦੂਜੇ ਤੇ ਇੰਡੀਵਿਜੂਅਲ ਅਪਲਾਈ ਕਰਕੇ ਇਹਦਾ ਟੋਟਲ ਇਫੈਕਟ ਬਣਾਉਂਗੇ, ਜੇ ਓਨੀ ਹੀ ਟੋਟਲ ਫੋਰਸ ਸਿੱਧੀ ਸਿੱਧੀ ਸੈਂਟਰ ਮਾਸ ਤੇ ਲਗਾ ਦਈਏ ਤਾਂ ਰਿਜ਼ਲਟ ਦੋਨਾਂ ਕੇਸਿਸ ਦੇ ਅੰਦਰ ਮੋਸ਼ਨ ਦੇ ਆਇਡੈਂਟੀਕਲ ਆਉਂਦੇ ਆ। ਹੁਣ ਅਸੀਂ ਐਸਾ ਚ ਪਹਿਲੇ ਲਈ ਵੀ ਲਿਖ ਲਿਆ, ਸੈਕਿੰਡ ਲਈ ਵੀ ਲਿਖ ਲਿਆ। ਹੁਣ ਅਸੀਂ ਇਹ ਕਹਿਣ ਲੱਗੇ ਕਿ ਵੀ ਦੋਨਾਂ ਦੀ ਮਿਲਾ ਕੇ ਟੋਟਲ ਫੋਰਸ ਕੱਢੋ ਸਿਸਟਮ ਦੀ ਕੀ। ਉਹਦੇ ਲਈ ਅਸੀਂ ਕਿਹਾ ਸੀ ਦੋਨੋਂ ਇਕੁਏਸ਼ਨ ਐਡ ਕਰ ਦਿਓ, ਐਡ 1 and 2। ਜਦੋਂ ਐਡ 1 and 2 ਕਰਾਂਗੇ ਤਾਂ ਆਪਣਾ ਆ ਗਿਆ ਜੀ F1 plus F12 plus F21 plus F2। ਠੀਕ ਹੈ, ਤੇ ਅਗਲੇ ਇਸ ਸਾਈਡ ਦੇ ਉੱਤੇ ਜਿਹੜਾ ਕਰਨ ਲੱਗਿਆ, ਦੂਜੀ ਸਾਈਡ ਨੂੰ ਜਿਹੜਾ ਸੋਲਵ ਕਰ ਰਿਹਾ, ਇਹਦੇ ਵਿੱਚੋਂ M1 ਇੱਥੇ ਆਪਾਂ ਇਹਨੂੰ ਐਸਾ ਚੀਜ਼ਾਂ ਲਿਖ ਰਹੇ ਹਾਂ d2/dt² ਆਫ ਇੱਕ ਸਟੈਪ ਹੋਰ ਸਕਿਪ ਕਰ ਰਿਹਾ, d2/dt² ਦੋਨਾਂ ਚ ਹੀ ਆਣਾ, ਇਹਦੇ ਨਾਲ M2R2 ਆ, ਇਹਦੇ ਨਾਲ M1R1 ਆ, ਯਾਨੀ d2/dt² ਆਫ M1R1 plus M2R2। हाँ बिल्कुल मेरी एज सच इक्वेशन बन जाएगी ਜਦੋਂ ਦੋਨਾਂ ਪਾਰਟੀਕਲ ਤੇ ਇੰਡੀਵਿਜੂਅਲ ਫੋਰਸ ਲਗਾ ਕੇ ਅਸੀਂ ਉਹਦੀ ਟੋਟਲ ਕੱਢੀ। ਫਿਰ ਇਹ ਚ ਅਸੀਂ ਕਿਹਾ ਸੀ F12 ਤੇ F21 ਇਹ ਇੰਟਰਨਲ ਫੋਰਸਸ ਆ, ਇੰਟਰਨਲ ਹਮੇਸ਼ਾ ਪੇਅਰ ਦੀ ਫਾਰਮ ਚ ਕੈਨਸਲ ਹੋ ਜਾਂਦੀ ਹੈ। ਮਤਲਬ we know that F12 ਦੀ ਵੈਲਿਊ -F21 ਦੇ ਬਰਾਬਰ ਆ, ਠੀਕ ਹੈ, ਔਰ F1 ਤੇ F2 ਇਹ ਦੋਨੋਂ ਮੇਰੇ ਸਿਸਟਮ ਦੀਆਂ ਟੋਟਲ ਐਕਸਟਰਨਲ ਫੋਰਸ ਆ, ਤੇ ਅਸੀਂ ਟੋਟਲ ਐਕਸਟਰਨਲ ਫੋਰਸ ਨੂੰ F ਲਿਖ ਦਈਏ। ਤੇ ਜੇ ਇਸ ਰਿਲੇਸ਼ਨ ਚ ਪੜਾ ਤੇ ਆ ਦੋਨੋਂ ਕੈਨਸਲ ਹੋ ਜਾਣੀਆਂ, F1 plus F2 ਮਿਲਾ ਕੇ ਇਕੁਏਸ਼ਨ ਆ ਜਾਏਗੀ F equal to d2/dt² of M1R1 plus M2R2। यानी आ मेरे कोल इक्वेशन बिल्ट अप हुई आ दोनों पार्टिकल ते इंडिविजुअल फोर्सेस दी टोटल कड्डन तो बाद। क्या इन्नी गल क्लियर है? Yes, Yes, sir. sir. ਆਪਾਂ ਉਸ ਦਿਨ ਲਾਸਟ ਇੱਥੇ ਕੰਪਲੀਟ ਕਰਕੇ ਛੱਡਿਆ ਸੀ। ਜੇ ਇੱਥੇ ਤੱਕ ਹੁਣ ਕਿਸੇ ਨੂੰ ਕੋਈ ਸਟੈਪ ਨਹੀਂ ਕਲੀਅਰ ਇੱਕ ਵਾਰੀ ਦੱਸ ਦਿਓ, ਜੇ ਇੰਨਾ ਕਲੀਅਰ ਹੈ ਫਿਰ ਮੈਂ ਅੱਗੇ ਕੰਟੀਨਿਊ ਕਰਾਂ। Clear है sir. ਕਲੀਅਰ ਹੈ ਜੀ। ਹੁਣ ਸੇਮ ਚੀਜ਼ ਨਾ ਆਪਾਂ ਇੱਕ ਗੱਲ ਦੁਬਾਰਾ ਕਰਨ ਲੱਗੇ ਕਿ ਆਪਾਂ ਕਿਹਾ ਸੀ ਜੇ ਹੁਣ ਇੰਡੀਵਿਜੂਅਲ ਦੀ ਥਾਂ ਤੇ ਜਿੰਨੀ ਟੋਟਲ ਫੋਰਸ ਸਿਸਟਮ ਤੇ ਲਾਈ ਆ ਹਨਾ F1 plus F2 ਜਿਹਨੂੰ ਮਿਲਾ ਕੇ F ਕਿਹਾ ਵਾ, ਇੰਨੀ ਫੋਰਸ ਸਿੱਧੀ ਸਿੱਧੀ ਮੈਂ ਆਹ ਪੁਆਇੰਟ ਤੇ ਲਾਦਾ C ਤੇ, ਜਿੱਥੇ ਪੂਰੀ ਬਾਡੀ ਦਾ ਮਤਲਬ ਪੂਰੀ ਬਾਡੀ ਜਿਹੜੀ ਦੋ ਪਾਰਟੀਕਲ ਤੋਂ ਬਣੀ ਹੈ, ਜਿੱਥੇ ਪੂਰੀ ਬਾਡੀ ਦਾ ਮਾਸ ਇਕੱਠਾ ਪਿਆ, ਜੇ ਮੈਂ ਉਸ ਪੁਆਇੰਟ ਤੇ ਡਾਇਰੈਕਟ ਇਕੁਏਸ਼ਨ ਲਗਾਣੀ ਹੋਵੇ ਤਾਂ ਅਸੀਂ ਕਹਿੰਦੇ ਰਿਜ਼ਲਟ ਆਇਡੈਂਟੀਕਲ ਆਉਂਦੇ ਆ। ਮਤਲਬ ਉਹਦਾ ਕੀ ਹੋਏਗਾ, as such एक force the equation दोबारा लिख रहे हैं, ठीक है जी। we know that if we directly apply F force, ठीक है, यानी ਜਿਹੜੀ ਤੁਸੀਂ force ਲਗਾਈ ਇੰਨੀ ਹੀ force ਅਸੀਂ apply ਕਰ ਦਈਏ on position C, ठीक है जी। then we may write, फिर अपनी equation ਕੀ ਬਣਨੀ ਉਹ ਲਿਖ ਸਕਦੇ ਹੋ ਆਪਾਂ, then we may write, फिर ਆਪਾਂ ਇਹੀ ਇਕੁਏਸ਼ਨ ਹੁਣ ਦੁਬਾਰਾ ਲਿਖੀਏ ਤਾਂ ਅਸੀਂ ਇਹਨੂੰ ਇਦਾਂ ਲਿਖ ਦਾਂਗੇ F equal to d2/dt²। ਇਹਦਾ ਲਿਖ ਰਿਹਾ F equal to ma, ਇੱਕ ਵਾਰੀ ਸਮਝ ਲਿਓ ਗੱਲ ਨੂੰ, F equal to ma, a ਦੀ ਥਾਂ ਤੇ ਜੇ ਮੈਂ ਲਿਖਾਂ dv/dt ਮੁੜ ਕੇ v ਦੀ ਥਾਂ ਤੇ dr/dt, ਇਹਨੂੰ ਪੂਰਾ ਬਣਾ ਕੇ ਲਿਖ ਦਵਾਂ ਤੇ ਇਹਨੂੰ ਇਦਾਂ ਲਿਖ ਰਿਹਾ m into d2r/dt²। जो इक्वेशन लिखी क्या समझ आई? एक स्टेप Yes, sir. स्टेप ਹੋਰ ਐਡ ਕਰਦੇ ਆਪਾਂ m ਦੀ ਥਾਂ ਤੇ ਨਾ ਆਹੀ ਇਕੁਏਸ਼ਨ ਇਦਾਂ ਲਿਖਦੇ ਆ, ਆਪਣੇ ਪਾਰਟੀਕਲ ਦਾ ਮਾਸ ਜਿਹਨੂੰ m ਕਹਿੰਦੇ ਪਏ ਉਹ ਬੇਸਿਕਲੀ m1 m2 ਆ, ਉਹ ਉਸੇ ਫਾਰਮ ਚ ਲਿਖਦੇ m1 m2 into d2r/dt²। क्या इक्वेशन क्लियर हुई? Yes, sir. Yes, sir. Yes. ਆਪਾਂ ਉਹੀ ਪੁੱਤ ma ਲਿਖਿਆ, ਮਾਸ ਇਨਟੂ ਐਕਸਲਰੇਸ਼ਨ ਲਿਖੀ ਆ, ਐਕਸਲਰੇਸ਼ਨ ਨੂੰ ਸਪਲਿਟ ਕਰਕੇ dv/dt ਲਿਖੂੰਗਾ, v ਦੀ ਥਾਂ ਤੇ dr/dt ਲਿਖੂੰ, ਸਾਰਾ ਸਿੰਪਲੀਫਾਈ ਕਰਕੇ ਆਪਣੀ ਆ ਇਕੁਏਸ਼ਨ ਆਫ ਮੋਸ਼ਨ ਡਾਇਰੈਕਟਲੀ ਲਿਖੀ ਗਈ C ਪੁਆਇੰਟ ਵਾਸਤੇ ਜਿੱਥੇ ਪੂਰੀ ਬਾਡੀ ਦਾ ਮਾਸ ਅਸੀਂ ਮੰਨਦੇ ਪਏ ਲਾਈ ਕਰਦਾ ਪਿਆ। ਕਿਆ ਸਾਰਿਆਂ ਨੂੰ ਗੱਲ ਕਲੀਅਰ ਹੋਈ? Yes sir. Yes, sir. ਹੁਣ ਆਜੋ ਫਿਰ ਵਾਪਸ ਇਸੇ ਇਕੁਏਸ਼ਨ ਤੇ, ਜੇ ਮੈਂ ਹੁਣ ਇਕੁਏਸ਼ਨ 3 ਨੂੰ ਐਸ ਸੱਚ ਕੰਪੇਅਰ ਕਰਾ ਕੇ ਚੱਲਣਾ, ਆ ਵੀ ਇਕੁਏਸ਼ਨ ਟੋਟਲ ਫੋਰਸ ਦੀ ਆ ਜਿਹੜੀ ਪੂਰੇ ਸਿਸਟਮ ਤੇ ਲੱਗੀ,
ਆ ਵੀ ਇਕੁਏਸ਼ਨ ਟੋਟਲ ਫੋਰਸ ਦੀ ਹੈ ਜਿਹੜੀ ਪੂਰੇ ਬਾਡੀ ਦੇ ਮਾਸ ਤੇ ਲੱਗੀ, ਠੀਕ ਹੈ, ਜਿਹੜਾ ਸੈਂਟਰ ਤੇ ਅਸੀਂ ਅਸਿਊਮ ਕੀਤਾ ਪਿਆ ਵਾ, ਹਨਾ। ਹੁਣ ਦੋਨਾਂ ਨੂੰ ਜੇ ਮੈਂ ਕੰਪੇਅਰ ਕਰਾਣਾ, ਕੰਪੈਰੀਟਿਵ ਕਰਨ ਵਾਸਤੇ ਅਸੀਂ ਕੀ ਕਰਨ ਲੱਗੇ, d2/dt ਸਕੁਅਰ ਆਫ ਦਿਸ ਹੋਲ ਟਰਮ, ਹਨਾ, ਇਧਰੋਂ d2/dt ਸਕੁਅਰ ਆਫ ਦਿਸ ਹੋਲ ਟਰਮ, ਠੀਕ ਹੈ। ਯਾਨੀ ਇੱਥੇ ਵੀ ਸੈਕੰਡ ਆਰਡਰ ਡਿਫਰੈਂਸ਼ੀਏਸ਼ਨ ਆ ਕਿਸੇ ਚੀਜ਼ ਦੀ, ਇੱਥੇ ਵੀ ਸੈਕੰਡ ਆਰਡਰ ਡਿਫਰੈਂਸ਼ੀਏਸ਼ਨ ਆ। ਇੱਥੇ ਬਾਹਰ ਬਾਡੀ ਦਾ ਟੋਟਲ ਮਾਸ ਪਿਆ ਹੋਣ ਕਰਕੇ ਆਪਣੀ ਇਸ ਇਕੁਏਸ਼ਨ 3 ਦੇ ਅੰਦਰ ਕੁਝ ਮੋਡੀਫਿਕੇਸ਼ਨ ਕਰਨ ਲੱਗਿਆ। ਕਿਆ, ਇਹਨੂੰ ਬਾਡੀ ਦੇ ਟੋਟਲ ਮਾਸ ਨਾਲ ਮਲਟੀਪਲਾਈ ਕਰ ਲਓ, ਟੋਟਲ ਮਾਸ ਨਾਲ ਡਿਵਾਈਡ ਕਰਾ ਲਓ, ਠੀਕ ਹੈ। ਇਹਨੂੰ ਆਹੀ ਫਾਰਮੈਟ ਬਣਾਉਣ ਵਾਸਤੇ ਆਪਾਂ ਇਹ ਕਹਿ ਰਹੇ ਮਲਟੀਪਲਾਈ ਐਂਡ ਡਿਵਾਈਡ right hand side of equation 3 with total mass of the body। the body ਦਾ total mass ਸਾਡਾ ਜਿਹੜਾ ਵਾ ਉਹ m1 m2 ਆ। ਜਦੋਂ ਇਹਨੇ ਨਾ ਇਸ ਇਕੁਏਸ਼ਨ 3 ਨੂੰ ਮਲਟੀਪਲਾਈ ਔਰ ਡਿਵਾਈਡ ਕਰਾਂਗਾ ਤੇ देयरफॉर ਸਾਡੀ ਇਕੁਏਸ਼ਨ ਆ ਜਾਏਗੀ f equal to ਇੱਥੇ m1 m2 ਨਾਲ ਮਲਟੀਪਲਾਈ ਕੀਤਾ, ਜਿਹੜਾ m1 m2 ਨਾਲ ਡਿਵਾਈਡ ਕਰਨਾ ਉਹਨੂੰ ਇਸੇ ਟਰਮ ਦੇ ਨਾਲ ਲਿਖ ਰਹੇ ਹਾਂ, ਮਾਸ ਕਾਂਸਟੈਂਟ ਆ, ਬਾਹਰ ਪਿਆ ਜਾਂ ਅੰਦਰ ਪਿਆ, ਬੋਥ ਆਰ ਦਾ ਸੇਮ वन, इनटू d2/dt स्क्वायर ऑफ, ऊपर आ गया जी m1 r1 m2 r2 ऐसा सच लिखा रहने दो, ओवर आ गया m1 m2। असल च आ m1 m2 ਤੇ ਆ m1 m2 ਆਪਸ ਵਿੱਚ ਕੈਨਸਲ ਹੀ ਹੁੰਦੇ ਪਏ ਆ, ਪਰ ਅਸੀਂ ਇਹਨੂੰ ਅਰੇਂਜ ਕਰਕੇ ਜਿਹੜੀ ਹੁਣ ਆ ਇਕੁਏਸ਼ਨ ਬਣ ਗਈ ਮੇਰੀ 4 ਤੇ ਆ ਜਿਹੜੀ ਇਕੁਏਸ਼ਨ ਬਣ ਗਈ 5। ਜੇ ਮੈਂ ਇਕੁਏਸ਼ਨ 4 ਤੇ 5 ਨੂੰ ਕੰਪੈਰੀਟਿਵ ਕਰਾਂ, ਫੋਰਸ ਦੇ ਕੋਰਸਪੋਂਡਿੰਗ ਫੋਰਸ ਆ ਗਈ, ਮਾਸ ਦੇ ਕੋਰਸਪੋਂਡਿੰਗ ਮਾਸ ਆ ਗਿਆ, ਸੈਕੰਡ ਆਰਡਰ ਡਿਫਰੈਂਸ਼ੀਏਸ਼ਨ ਦੇ ਕੋਰਸਪੋਂਡਿੰਗ ਸੈਕੰਡ ਆਰਡਰ ਡਿਫਰੈਂਸ਼ੀਏਸ਼ਨ ਆ ਗਈ। ਤੇ ਇਹਦਾ ਮਤਲਬ ਇਹ ਹੋ ਗਿਆ ਕਿ r ਵੈਕਟਰ ਵਿਚ ਇਜ਼ ਦਾ ਪੋਜੀਸ਼ਨ ਵੈਕਟਰ ਫॉर ਸੈਂਟਰ ਆਫ ਮਾਸ, ਇਹਦੀ ਵੈਲਿਊ r ਦੀ ਜਿਹੜਾ ਮੇਰਾ ਕੀ ਅਨਨੋਨ ਵੇਰੀਏਬਲ ਆ, ਇਹਦੀ ਵੈਲਿਊ ਮੇਰੇ ਕੋਲ ਐਸਾ ਚ ਪੂਰੇ ਦੀ ਪੂਰੀ ਟਰਮ ਜਿਹਨੂੰ ਸਰਕਲ ਕਰਦਾ ਪਿਆ ਇਹਨਾਂ ਕੰਪੇਅਰ ਹੋ ਜਾਓ। Yes, sir. Yes, sir. Yes, sir. Yes, sir. ਉਹ ਦੋਨਾਂ ਨੂੰ ਕੰਪੇਅਰ ਕਰੀਏ ਬੇਟਾ ਤੇ ਆਪਾਂ ਇੱਥੇ ਇਦਾਂ ਲਿਖ ਦਈਏ, ਠੀਕ ਹੈ। ਅਗਲਾ ਸਟੈਪ ਆਪਾਂ ਇੱਥੇ ਬਣਾ ਰਹੇ from 4 and 5, from 4 and 5 ਇਧਰੋਂ r, ਠੀਕ ਹੈ ਜੀ। ਇਹਦਾ ਮਤਲਬ ਮੇਰੇ ਕੋਲ r ਵੈਕਟਰ ਇਕੁਅਲ ਆ ਗਿਆ m1 r1 m2 r2 over m1 m2, यानी आ मेरे को मेरे r वेक्टर दी वैल्यू बन गई ਜਿਹੜੀ ਮੇਰੇ ਚਾਰ ਨੋਨ ਵੇਰੀਏਬਲ ਦੀ ਫਾਰਮ ਚ ਆ ਗਈ। m1 m2 ਮੈਨੂੰ ਨੋਨ ਸੀ, r1 r2 ਮੈਨੂੰ ਨੋਨ ਸੀ, ਇਹਨਾਂ ਚਾਰ ਵੇਰੀਏਬਲ ਦੀ ਫਾਰਮ ਚ ਮੇਰਾ ਅਨਨੋਨ ਪੋਜੀਸ਼ਨ ਵੈਕਟਰ ਫॉर ਸੈਂਟਰ ਆਫ ਮਾਸ ਜਿਹੜਾ ਉਹ ਕੈਲਕੂਲੇਟ ਹੋ ਜਾਏਗਾ। क्या आ वैल्यू क्लियर है किदा बनाई आपा? Yes, Yes, sir. sir. Yes, sir. Sir. Yes. पूरी पार्ट ਦੇ ਅੰਦਰ ਕਿਸੇ ਨੂੰ ਕਿਸੇ ਸਟੈਪ ਦਾ ਵੀ ਡਾਊਟ ਹੈਗਾ, ਕੋਈ ਸਟੈਪ ਨਹੀਂ ਸਮਝ ਲੱਗਿਆ ਤੇ ਇੱਕ ਵਾਰੀ ਜ਼ਰੂਰ ਬੋਲੋ ਪਹਿਲੋਂ, ਠੀਕ ਹੈ। ਉਸ ਤੋਂ ਬਾਅਦ ਆਪਾਂ ਅੱਗੇ ਕੰਟੀਨਿਊ ਗੱਲ ਕਰਦੇ ਹਾਂ। ਹਾਂਜੀ, ਕਲੀਅਰ ਹੈ ਸਾਰਿਆਂ ਨੂੰ? Yes, sir. Yes, sir. Yes, Yes. sir. Yes, sir. ਕੰਟੀਨਿਊ ਕਰਾਂ ਬੇਟਾ? Yes, sir. Yes, sir. जी sir. ਚਲ ਇੱਥੇ ਤੱਕ ਮੇਰੇ ਕੋਲ ਇਹ ਆ ਗਿਆ ਕਿ ਜਿਹੜਾ ਸੈਂਟਰ ਆਫ ਮਾਸ ਦੀ ਪੋਜੀਸ਼ਨ ਹੈਗੀ ਆ, ਜਿਹੜੀ ਸੈਂਟਰ ਆਫ ਮਾਸ ਦੀ ਪੋਜੀਸ਼ਨ ਆ ਉਹਨੂੰ ਫਾਈਂਡ ਆਊਟ ਕਰਨ ਲਈ ਮੈਨੂੰ ਚਾਰ ਵੇਰੀਏਬਲ ਚਾਹੀਦੇ ਆ। ਮੇਰੇ ਗਿਵਨ ਸਿਸਟਮ ਦੇ ਅੰਦਰ ਨੂਮੈਰੀਕਲ ਦੇ ਅੰਦਰ ਮੈਨੂੰ ਦੋ ਮਾਸਸ ਕਿੰਨੇ ਕਿੰਨੇ ਗਿਵਨ ਆ ਤੇ ਦੋਨਾਂ ਦੀ ਲੋਕੇਸ਼ਨ ਕੀ ਗਿਵਨ, ਠੀਕ ਹੈ। ਔਰ ਇਹ ਅਸੀਂ ਕੰਸੀਡਰ ਕੀਤਾ, ਮੰਨ ਲਓ ਤੁਹਾਡਾ ਪੋਜੀਸ਼ਨ ਵੈਕਟਰ ਇਸ ਵੇਲੇ ਇੱਕ ਪਲੇਨ ਚ ਗਿਣਿਆ ਵਾ, ਇਹ ਸਪੇਸ ਚ ਵੀ ਹੋ ਸਕਦਾ। ਮੰਨ ਲਓ ਮੇਰੇ ਕੋਲ ਕੋਈ 3 ਡਾਈਮੈਂਸ਼ਨਲ ਬਾਡੀ ਆ, ਠੀਕ ਹੈ, ਇੱਕ ਸਫੈਰਿਕਲ ਬਾਡੀ ਆ, ਉਸ ਸਫੈਰਿਕਲ ਬਾਡੀ ਦਾ ਮੈਂ ਸੈਂਟਰ ਆਫ ਮਾਸ ਲੋਕੇਟ ਕਰਨਾ ਹੋਵੇ, ਮੰਨ ਲਓ ਬਾਡੀ ਦੇ ਅੰਦਰ ਮਾਸ ਦੀ ਡਿਸਟ੍ਰੀਬਿਊਸ਼ਨ ਯੂਨੀਫਾਰਮ ਨਹੀਂ ਹੈਗੀ। ਜੇ ਡਿਸਟ੍ਰੀਬਿਊਸ਼ਨ ਯੂਨੀਫਾਰਮ ਨਹੀਂ ਤਾਂ ਸੈਂਟਰ ਆਫ ਮਾਸ ਉਹਦੇ ਜਿਓਮੈਟ੍ਰੀਕਲ ਸੈਂਟਰ ਜਿਹੜਾ ਕਿ ਸੈਂਟਰ ਆਫ ਸਫੀਅਰ ਹੋਏਗਾ, ਇਹ ਮਤਲਬ ਅਸੀਂ ਮੰਨਿਆ ਉੱਥੇ ਨਹੀਂ ਲਾਈ ਕਰਦਾ, ਕਿਸੇ ਹੋਰ ਪੁਆਇੰਟ ਤੇ ਆ, ਉਹਦੇ ਕੋਆਰਡੀਨੇਟ ਕੱਢਣੇ ਹੁਣ ਤਾਂ ਮੈਨੂੰ ਦੱਸਣਾ ਪਏਗਾ ਉਹ ਪੁਆਇੰਟ ਜਿਹੜਾ ਵਾ x ਐਕਸਿਸ ਦੇ ਅਲੋਂਗ ਕਿੱਧਰ ਜਾਣਾ, y ਵੱਲ ਕਿੰਨਾ ਜਾਣਾ, z ਵੱਲ ਕਿੰਨਾ ਜਾਣਾ, ਉਹਦੇ ਤਿੰਨੇ ਕੋਆਰਡੀਨੇਟ ਦੱਸਾਂਗਾ। ਇਸ ਵੇਲੇ ਆਪਾਂ ਆਪਣੀ ਫਿਗਰ ਦੇ ਅੰਦਰ ਜਿਹੜਾ ਲੈ ਕੇ ਚੱਲੇ ਆ ਉਹ ਚ ਆਪਾਂ ਇੱਕ ਪਲੇਨ ਚ ਗਿਣਿਆ ਸਾਡੀ ਬਾਡੀ ਪਈ, ਇਹਦਾ ਮਤਲਬ r ਵੈਕਟਰ ਦੇ ਇਸ ਮੂਵਮੈਂਟ ਤੇ ਦੋ ਕੋਆਰਡੀਨੇਟ ਆ ਗਏ, one lies along the x axis, second along the y axis, ਦੇ ਮਤਲਬ ਆਪਾਂ xy ਪਲੇਨ ਗਿਣਿਆ। ਇਹਨਾਂ ਕਲੀਅਰ ਆ? Yes, sir. Yes, sir. Yes, sir. ਇੱਥੇ ਜੇ ਮੈਂ ਇੰਨੀ ਗੱਲ ਕਰਾਂ ਕਿ ਵੀ ਜਿਹੜਾ ਪੋਜੀਸ਼ਨ ਵੈਕਟਰ ਆ, ਕਈ ਵਾਰੀ ਪੇਪਰ ਦਾ ਕੁਐਸਚਨ ਇਹਨਾਂ ਵਰਡਸ ਨਾਲ ਹੋਏਗਾ
कि पोजीशन वेक्टर ऑफ सेंटर ऑफ मास प्रूव दैट इज इक्वल टू weighted average of the individual position vector। ਅਸੀਂ ਇੱਕ word use ਕੀਤਾ ਜਿਹਨੂੰ ਨਾਮ ਦੇਣੇ ਪਏ weighted average। ठीक है, एक ਸਾਡੇ ਕੋਲ ਆ ਗਈ ਪੁੱਤ ਸਿੰਪਲ ਜਿਹਨੂੰ ਮੀਨ ਕੱਢਣਾ ਕਹਿੰਦੇ ਆ ਕਿ ਸਮ ਆਫ ਵੈਲਿਊ ਡਿਵਾਈਡਡ ਬਾਈ ਦਾ ਟੋਟਲ। ਇੱਕ ਆ ਗਈ weighted average। ਜਿੱਦਾਂ ਤੁਹਾਡੇ ਕੋਲ ਆਈਸੋਟੋਪ ਦਿੱਤੇ ਆ, ਅਸੀਂ ਕਹਿੰਦੇ ਮੰਨ ਲਓ ਐਲੂਮੀਨੀਅਮ ਦੇ ਦੋ ਆਈਸੋਟੋਪ ਦਿੱਤੇ ਆ ਜਾਂ ਕਲੋਰੀਨ ਦੇ ਦੋ ਆਈਸੋਟੋਪ ਦਿੱਤੇ ਆ, ਅਸੀਂ ਉਹਦੀ ਉਸ ਮੂਵਮੈਂਟ ਤੇ ਜੇ ਮੈਂ ਕੱਢਣਾ ਹੋਵੇ ਜਿਹਦਾ ਕਲੋਰੀਨ ਦੇ ਦੋ ਆਈਸੋਟੋਪ 35 ਤੇ 37 ਹੋ ਗਏ, ਪਰ ਅਸੀਂ ਜਦੋਂ ਐਟੋਮਿਕ ਮਾਸ ਲੈਨੇ ਕਾਪਰ ਉਹਦਾ ਕਲੋਰੀਨ ਦਾ 35.5 ਲੈਨੇ ਆ। 35.5 ਅਸੀਂ ਮੰਨਦੇ ਜੀ ਉਹਨਾਂ ਦੋਨਾਂ ਆਈਸੋਟੋਪ ਦੀ weighted average ਤੋਂ ਨਿਕਲਿਆ। ਉਹ ਅਸੀਂ ਕੈਲਕੂਲੇਟ ਕਰਨੀ ਕੀ ਕਹਿੰਦੇ ਕਿ ਵੀ ਜਿੰਨਾ ਜਿੰਨਾ ਉਹਨਾਂ ਦੇ ਨੇਚਰ 'ਚ ਮਾਸ ਦੀ ਅਬੰਡੈਂਸ ਹੈਗੀ ਆ ਉਹ ਮੈਨੂੰ ਪਤਾ ਹੋਵੇ ਕਿੰਨੀ ਆ, ਠੀਕ ਹੈ, ਤੇ ਉਹਨਾਂ ਦੇ ਐਸਐਚ ਆਈਸੋਟੋਪ ਦੀ ਵੈਲਿਊ ਕਿੰਨੀ ਕਿੰਨੀ ਉਹਦੇ ਨਾਲ weighted ਕੱਢੀ। ਜਾਂ ਜਿੱਦਾਂ ਮੈਂ ਇਹ ਕਹਦਾ ਇੱਕ ਕਲਾਸ ਦੇ ਨੰਬਰਾਂ ਦੀ weighted average ਕੱਢਣੀ ਹੋਵੇ ਕਿ ਵੀ ਇੱਕ ਕਲਾਸ 'ਚ 100 ਨਿਆਣੇ 10 ਦੇ 12 ਨੰਬਰ ਆਏ, ਠੀਕ ਹੈ ਜੀ, 20 ਦੇ ਇੰਨੇ ਆਏ, 30 ਦੇ ਇੰਨੇ ਆਏ, ਉਹ ਸਾਰਿਆਂ ਨੂੰ ਅਸੀਂ ਕਿੱਦਾਂ ਕਰੀਏ 12 ਗੁਣਾ 10 ਪਲੱਸ 7 ਗੁਣਾ 13 ਪਲੱਸ 4 ਗੁਣਾ 8 ਇਸ ਵੇ ਨਾਲ ਉਹ ਡਿਵਾਈਡਡ ਬਾਈ ਦਾ ਟੋਟਲ ਨੰਬਰ। ਇਸ ਵੇ ਨਾਲ ਜਿਹੜੀ ਐਵਰੇਜ ਕੱਢੀ ਜਾਏਗੀ ਉਹਨੂੰ ਅਸੀਂ ਕਹਿੰਦੇ weighted average। ਯਾਨੀ ਸਾਡਾ ਪੋਜੀਸ਼ਨ ਵੈਕਟਰ r1 ਤੇ r2 ਦੀ ਕੱਲੀ ਵੈਲਿਊ ਤੇ ਡਿਪੈਂਡ ਨਹੀਂ ਕਰਦਾ, ਜਿਹੜੇ ਦੋ ਗਿਵਨ ਪਾਰਟੀਕਲ ਦੇ ਮਾਸਿਸ ਨੇ ਹਨਾ ਉਹਦੇ ਤੇ ਵੀ ਡਿਪੈਂਡੈਂਟ ਆ। ਇਹਦਾ ਮਤਲਬ ਹੋ ਗਿਆ ਇੱਥੇ ਮੇਰੇ ਕੋਲ ਪ੍ਰੋਡਕਟ ਆਫ ਕੀਤੀ ਆਪਾਂ ਕਹਿੰਦਾ ਜੀ ਐਸ ਐਚ ਮਾਸਿਸ ਐਂਡ देयर ਪੋਜੀਸ਼ਨ ਵੈਕਟਰ, ਫਿਰ ਉਹਦੀ ਸਮ ਲੈ ਕੇ ਡਿਵਾਈਡਡ ਬਾਈ ਦਾ ਟੋਟਲ ਮਾਸ। ਇਹਨੂੰ ਅਸੀਂ ਡਿਫਾਈਨ ਕਰਦੇ ਹਾਂ ਇਹ ਐਸ ਐਚ ਪੋਜੀਸ਼ਨ ਵੈਕਟਰ ਇੰਡੀਵਿਜੂਅਲ ਪੋਜੀਸ਼ਨ ਵੈਕਟਰ ਦੀ weighted average ਤੋਂ ਬਣਿਆ, ਠੀਕ ਹੈ। ਪਰ ਇਹਦੇ ਵਿੱਚ ਹੀ ਇੱਕ ਕੇਸ ਇਹ ਬਣਾ ਲੈਂਦੇ ਆ, ਇਹਦਾ ਹੀ ਇੱਕ ਕੇਸ ਆਪਾਂ ਇਹ ਬਣਾ ਲੈਂਦੇ ਕਿ ਜਿਹੜੇ ਦੋ ਪਾਰਟੀਕਲ ਕੰਸੀਡਰ ਕਰਦੇ ਪਏ ਹੋ ਤੁਹਾਡੇ ਸਿਸਟਮ ਦੇ ਅੰਦਰ, if two particle they are of equal masses, यानी ਜਿਹੜੇ ਦੋ ਪਾਰਟੀਕਲ ਦੀ ਅਸੀਂ ਐਵਰੇਜ ਕੱਢਣੀ ਆ, ਠੀਕ ਹੈ, ਯਾਨੀ ਇਹਦਾ ਸੈਂਟਰ ਮਾਸ ਲੱਭਣਾ ਜੇ ਦੋਨੋਂ ਸੇਮ ਮਾਸ ਦੇ ਹੋਣ। ਕਹਿੰਦਾ ਜੀ ਯਾਨੀ ਜੇ if m1 equal to m2 ਜੇ ਦੋਨਾਂ ਦੇ ਦੋਨਾਂ ਮਾਸਿਸ ਦੀ ਵੈਲਿਊ ਇਕੁਅਲ ਆ ਤੇ ਅਸੀਂ ਇਹਦਾ ਸੈਂਟਰ ਆਫ ਮਾਸ ਲੱਭਣਾ ਹੋਵੇ, ਫਿਰ r ਵੈਕਟਰ ਦੀ ਵੈਲਿਊ ਮੇਰੇ ਕੋਲ ਕੀ ਬਣ ਗਈ ਇਸ ਫਾਰਮੂਲੇ ਤੋਂ, ਆ ਵੀ m ਆ ਵੀ m ਤੇ ਨੀਚੇ ਵੀ m m ਮੇਰੀ ਟਰਮ ਆ ਗਈ mr1 plus mr2 over 2m। अल्टीमेट r ਦਾ ਫਾਰਮੂਲਾ ਆ ਜਾਏਗਾ r1 plus r2 by 2। ਆ ਕਹੂੰਗਾ ਜੀ ਕਿ ਜੇ ਦੋਨੋਂ ਪਾਰਟੀਕਲ ਬਰਾਬਰ ਦੇ ਮਾਸ ਦੇ ਆ ਹਨਾ, ਫਿਰ ਉਹਦਾ ਜਿਹੜਾ ਪੋਜੀਸ਼ਨ ਵੈਕਟਰ ਆ ਸੈਂਟਰ ਆਫ ਮਾਸ ਦਾ ਉਹ ਸਿੰਪਲ ਦੋਨਾਂ ਪੋਜੀਸ਼ਨ ਵੈਕਟਰ ਦੀ ਸਿੰਪਲ ਮੀਨ ਐਵਰੇਜ ਜਿਹਨੂੰ ਅਸੀਂ ਕਹਿੰਦੇ ਨੇ ਉਹਦੇ ਇਕੁਅਲ ਆ। ਗੱਲ ਸਮਝ ਆਈ? Yes, sir. Yes, sir. यानी पोजीशन वैक्टर सिंपल एवरेज ना ता निकलेगा जो ਤੁਹਾਡੇ गिवन सिस्टम ਦੇ ਸਾਰੇ ਪਾਰਟੀਕਲ ਆਇਡੈਂਟੀਕਲ ਨੇ, ਇਕੁਅਲ ਮਾਸਿਸ ਦੇ ਨੇ। ਪਰ ਜੇ ਪਾਰਟੀਕਲ ਅਨਈਕੁਅਲ ਮਾਸਿਸ ਦੇ ਨੇ ਫਿਰ ਸੈਂਟਰ ਮਾਸ ਲੱਭਣਾ ਤੇ ਆ ਫਾਰਮੂਲਾ ਐਚ ਵੀ ਅੱਗੇ ਹੁਣ ਇੱਕ ਨਾਲ ਹੋਰ ਗੱਲ ਜੋੜਨ ਲੱਗੇ। ਔਰ ਉਹ ਸੈਕਿੰਡ ਕੇਸ ਇਹ ਹੋਏਗਾ ਇਫ ਸੈਂਟਰ ਆਫ ਮਾਸ ਲਾਈਜ਼ ਐਟ origin। जैसे ये ਮੰਨੀਏ ਕਿ ਜਿੱਥੇ ਸੈਂਟਰ ਮਾਸ ਨਾ ਉਹ ਪੁਆਇੰਟ origin ਆ, मतलब मैं आ मन्ना कि सेंटर मास इत्थे ना लाई करके सेंटर मास आ ओरिजिन ते लाई करदा होवे दो पार्टिकल सिस्टम दा, ते एदा मतलब मेरा r वेक्टर नु मैं 0 कर रहा, ते जे मैं इस फार्मूले च r दी वैल्यू नु 0 करा ते मेरे को रिजल्ट हो जाएगा दैट इज r इक्वल टू 0, तो 0 इक्वल टू m1 r1 प्लस m2 r2 ओवर पे m1 प्लस m2 जेड़ा हैगा ये इस साइड जाके 0 हो ही जाना। अल्टीमेट आ सारी टर्म 0 ਦੇ ਇਕੁਅਲ ਆ ਜੂ। ਇਹਨੂੰ ਸੋਲਵ ਕਰਕੇ ਜੇ ਤੋਂ r2 ਵੈਕਟਰ ਦੀ ਵੈਲਿਊ ਕੱਢੀਏ ਤੇ ਉਹ ਬਣ ਗਈ -m1 r1 m2। ਇਹ ਤੋਂ ਦੋ ਗੱਲਾਂ ਕਰਾਂਗੇ ਬੇਟਾ, ਇਹ ਤੋਂ ਦੋ ਰਿਜ਼ਲਟ ਡਿਵੈਲਪ ਕਰਾਂਗੇ। ਨੰਬਰ 1 ਜੇ ਮੈਂ ਮਾਸਸ ਲਵਾਂ ਉਹ 네ਗੇਟਿਵ ਨਹੀਂ ਹੋਣੇ, ਇਹਦਾ ਮਤਲਬ ਜੇ r1 ਮੇਰਾ ਆਪਣੇ ਆਪ ਚ ਪੋਜ਼ਿਟਿਵ ਆ ਤੇ r2 네ਗੇਟਿਵ ਆ, ਜੇ r1 ਮੇਰਾ 네ਗੇਟਿਵ ਆ ਤੇ r2 ਪੋਜ਼ਿਟਿਵ ਆ। ਇਹਦਾ ਮਤਲਬ ਕੀ ਆ कि इस तो आप जो रिजल्ट बनाइए तो होएगा कि जे मेरे को आ मान लो एक मेरे को लाइन दे उत्ते दो पार्टिकल पे आ, कहना जी जे इस मूवमेंट ते एदा आ पॉइंट नु मैं ओरिजिन मान लवां, एदे इस पॉइंट नु मैं ओरिजिन मान लवां, जेडे लीनियर मॉलिक्यूल आउगे जिदा बार-बार कह रहे हैं HCl लीनियर मॉलिक्यूल दे अंदर सेंटर मास दी लोकेशन नु ओरिजिन गिनिया जांदा, ते ਅਸੀਂ ਇਹ ਮੰਨਦੇ ਉਹਦਾ ਇੱਕ ਪਾਰਟੀਕਲ ਉਹਦੀ ਪੋਜ਼ਿਟਿਵ ਸਾਈਡ ਤੇ ਆ, ਠੀਕ ਹੈ। ਆ ਉਹਦਾ r1 ਵੈਕਟਰ ਬਣੂ ਜਿਹੜਾ ਪੋਜ਼ਿਟਿਵ ਹੋਏਗਾ ਤੇ r2 ਉਹਦਾ 네ਗੇਟਿਵ ਆਜੂ, ਠੀਕ ਹੈ। ਦੋਨੋਂ ਦੇ ਦੋਨੋਂ ਜਿਹੜੇ ਪਾਰਟੀਕਲਸ ਨੇ ਦੇ ਨੈਵਰ ਟੂ ਬੀ ਔਨ ਦਾ ਸੇਮ ਸਾਈਡ। ਇਹ ਲਾਈਨ ਦੀ ਬਹੁਤ ਲੋੜ ਆਪਾਂ ਨੂੰ,
ठीक है जी। जे सेंटर ऑफ मास की लोकेशन नु ओरिजिन मन्निया जाएगा ते ਅਸੀਂ ਕਹਿੰਦੇ ਜੀ ਜਿਹੜੇ ਦੋਨੋਂ ਪਾਰਟੀਕਲਸ ਨੇ, ठीक है, they never to be lie on the ਕਹਿੰਦਾ ਜੀ same side, they always to be lies in the two opposite direction। हमेशा दोनों पार्टिकल सेंटर ऑफ मास दे हमेशा ओपोजिट डायरेक्शन च आउगे, कभी भी दोनों पार्टिकल सेम डायरेक्शन च नहीं आउगे। दूजी गल, सेंटर ऑफ मास हमेशा जिहड़ा हैवीयर पार्टिकल होएगा उहदे नियर बाय होएगा, ठीक है। जो हम इतों चलिए, जे m2 की वैल्यू लार्ज होवे, जे अपने सिस्टम के अंदर दो पार्टिकल आ, ठीक है, जे अपने सिस्टम के अंदर दो पार्टिकल आ, तो सेंटर ऑफ मास मिडवे सिर्फ उदों आ जे दोनों पार्टिकल बराबर दे मास दे। जे एक हैवी एक लाइट वेट आ ते सेंटर ऑफ मास हमेशा ही हैवीयर पार्टिकल दे नियर आएगा। क्यों? ये तो रिजल्ट बनदा इफ m2 इच कंडीशन बना सकते हो, इफ m2 इज ग्रेटर देन m1, ठीक है, देन r2 इट शुड बी लेसर देन r1। क्या आ लाइन समझ आई? Yes, sir. नहीं sir. ਉਹ ਤਾਂ ਆਪਾਂ ਇਹ ਕਹਿ ਰਹੇ ਨਾ, ਜੇ ਆ ਮੰਨ ਲਓ ਮੇਰੇ ਕੋਲ HCl ਦਾ ਇੱਕ ਮੋਲੀਕਿਊਲ ਆ, ਠੀਕ ਹੈ, ਇਸ HCl ਦੇ ਮੋਲੀਕਿਊਲ ਦਾ ਸੈਂਟਰ ਆਫ ਮਾਸ ਮੈਂ ਲੱਭਣਾ ਹੋਵੇ, ਕਹਿੰਦਾ ਕਿੱਥੇ ਹੋਏਗਾ? ਅਸੀਂ ਕਿਹਾ ਜੀ ਹਾਈਡਰੋਜਨ ਦਾ ਮਾਸ 1 ਗ੍ਰਾਮ ਹੋ ਗਿਆ, ਕਲੋਰੀਨ ਵਾਲੇ ਐਟਮ ਦਾ 35.5 ਹੋ ਗਿਆ। ਇਹ ਮਤਲਬ ਆਊਟ ਆਫ ਦਾ ਟੂ ਕਲੋਰੀਨ ਇਜ਼ ਮੋਰ ਹੈਵੀਅਰ। Yes, sir. ਜੇ ਬੱਚੇ ਕਲੋਰੀਨ ਹੈਵੀਅਰ ਹੋਏਗਾ ਤਾਂ ਅਸੀਂ ਕਹਿੰਦੇ ਜੀ ਸੈਂਟਰ ਆਫ ਮਾਸ ਆਲਵੇਜ਼ ਲਾਈਜ਼ ਨੀਅਰ ਟੂ ਦਾ ਹੈਵੀਅਰ ਪਾਰਟੀਕਲ। जे m2 m1 तो ग्रेटर आ, जे m2 m1 तो ग्रेटर आ, है ना, ते एदा मतलब ये हो गया जे एदी वैल्यू इस तो ज्यादा वा ते फिर एदा मतलब m2 r2 दे रेसिप्रोकल आ। Yes, sir. m2 r2 दे रेसिप्रोकल आ, ते जे m2 ग्रेटर आ ते फिर r2 स्मॉलर आ। एदा मतलब जेड़ा सेंटर ऑफ मास होएगा दैट लाइज नियर टू दैट ऑफ द कहना जी हैवियर पार्टिकल। यानी जे आ m2 आ मेरे को r2 डिस्टेंस आ ਤੇ ਆ ਮੇਰਾ r1 ਜਿਹੜਾ ਲਾਰਜਰ ਹੋਏਗਾ, ਕਿਉਂਕਿ ਸੈਂਟਰ ਮਾਸ ਹਮੇਸ਼ਾ ਹੈਵੀਅਰ ਪੁਆਇੰਟ ਦੇ ਨੀਅਰ ਬਾਈ ਜਾਣਾ, ਠੀਕ ਹੈ। ਇਹਦੀ ਇੱਕ ਹੋਰ ਐਗਜ਼ਾਮਪਲ ਦੇ ਦੇਣਾ, ਜਦੋਂ ਅਸੀਂ ਐਟਮ ਲਈਏ, ਅਸੀਂ ਕਹਿੰਦੇ ਜੀ ਐਟਮ ਦਾ ਮਾਸ ਜਿਹੜਾ ਵਾ ਜੇ 100 ਗ੍ਰਾਮ ਹੋਵੇ ਤਾਂ ਅਸੀਂ ਮੰਨਦੇ ਆਲਮੋਸਟ 99.9 ਗ੍ਰਾਮ ਮਾਸ ਜਿਹੜਾ ਨਾ ਦੈਟ ਲਾਈ ਵਿਦ ਇਨ ਦਾ ਨਿਊਕਲੀਅਸ, ਠੀਕ ਹੈ, ਕਿਉਂਕਿ ਨਿਊਕਲੀਅਸ ਦੇ ਵਿੱਚ ਪ੍ਰੋਟੋਨ ਤੇ ਨਿਊਟਰੋਨ ਦੋਨੋਂ ਹੈਵੀ ਪਾਰਟੀਕਲ ਪਏ ਨੇ ਤੇ ਇਲੈਕਟ੍ਰੋਨ ਲਾਈਟ ਵੇਟ ਅਰਾਊਂਡ ਉਹਦੇ ਮੂਵ ਕਰਦੇ। The center of mass always lies near the heavier। ਅਸੀਂ ਕਹਿੰਦੇ ਜੀ center of mass of an atom that lies ਕਹਿੰਦਾ ਜੀ almost near to that of the ਕਹਿੰਦਾ ਜੀ center of the nucleus। ਤੇ ਉਹਦਾ ਕਾਰਨ ਅਸੀਂ ਇਹੀ ਲੈਣੇ ਕਿ ਵੀ ਨਿਊਕਲੀਅਸ ਹੈਵੀਅਰ ਆ ਤੇ ਇਲੈਕਟ੍ਰੋਨ ਲਾਈਟ ਵੇਟ ਨੇ। ਜੇ ਮੈਂ ਇਲੈਕਟ੍ਰੋਨ ਸਾਰਿਆਂ ਦਾ ਇੱਕ ਸੈਂਟਰ ਆਫ ਮਾਸ ਲੱਭ ਲਵਾਂ, ਹੈਵੀਅਰ ਪਾਰਟੀਕਲ ਜਿਹੜੇ ਨਿਊਕਲੀਅਸ ਉਹਨਾਂ ਦਾ ਇੱਕ ਸੈਂਟਰ ਆਫ ਮਾਸ ਲੱਭ ਲਾ, ਇਹਨਾਂ ਦੋਨਾਂ ਦਾ ਫਰਦਰ ਸੈਂਟਰ ਆਫ ਮਾਸ ਫਾਈਨਲ ਲੱਭਣਾ ਹੋਵੇ that always lies closer to that of the कहना जी nucleus, क्योंकि center of mass हमेशा heavier particle दे near by आना। गल समझ आ रही? Yes, sir. Yes, sir. जे किसी ਨੂੰ ਕੋਈ ਡਾਊਟ ਹੈਗਾ ਤੇ ਇੱਕ ਵਾਰੀ ਜ਼ਰੂਰ ਬੋਲੋ। ਜੇ ਇੰਨੀ ਗੱਲ ਸਮਝ ਲੱਗ ਰਹੀ ਹੈ ਤੇ ਮੈਨੂੰ ਦੱਸੋ, ਫਿਰ ਆਪਾਂ ਅੱਗੇ ਨੂੰ ਕੰਟੀਨਿਊ ਕਰੀਏ ਬੇਟਾ। Clear है sir. Clear. Clear है sir। ਚਲੋ ਇਹ ਆਪਣਾ ਟੌਪਿਕ ਜਿਹੜਾ ਆਪਾਂ ਹੁਣ ਤੱਕ ਕੰਪਲੀਟ ਕੀਤਾ, ਇਸ ਟੌਪਿਕ ਨੂੰ ਆਪਾਂ ਡਿਫਾਈਨ ਕਰਦੇ ਸੈਂਟਰ ਆਫ ਮਾਸ ਆਫ ਟੂ ਪਾਰਟੀਕਲ ਸਿਸਟਮ। ਕਿ ਜੇ ਸੈਂਟਰ ਆਫ ਮਾਸ ਦੀ ਪੋਜੀਸ਼ਨ ਲੱਭਣੀ ਹੋਵੇ ਦੋ ਪਾਰਟੀਕਲ ਸਿਸਟਮ ਦੇ ਅੰਦਰ ਕਿੱਥੇ ਹੋਏਗੀ, ਉਹਦਾ ਆ ਮੇਰੇ ਕੋਲ ਫਾਰਮੂਲਾ ਆ ਗਿਆ। ਹੁਣ ਜੇ ਮੇਰੇ ਸਿਸਟਮ 'ਚ ਦੋ ਤੋਂ ਵੱਧ ਪਾਰਟੀਕਲ ਹੋਣ, ਠੀਕ ਹੈ, ਉਹਨੂੰ ਅਸੀਂ ਜਨਰਲਾਈਜ਼ ਕਰਨ ਲੱਗੇ ਸੈਂਟਰ ਆਫ ਮਾਸ ਆਫ n ਪਾਰਟੀਕਲ ਸਿਸਟਮ ਲੈ ਕੇ। ਇੰਨੀ ਗੱਲ ਪਹਿਲਾਂ ਸਮਝ ਲੱਗੀ ਜੀ। ਨੈਕਸਟ ਟੌਪਿਕ ਇਹਨੇ ਕੰਟੀਨਿਊ ਕਰ ਰਹੇ ਹਾਂ। ਟੌਪਿਕ ਹੈਗਾ डेरिवेशन पे तो जेडी करके हटे वही आ, ये सिर्फ ਉਹਦਾ ਜਨਰਲਾਈਜ਼ ਰਿਜ਼ਲਟ बनना, ठीक है। ये डेरिवेशन नहीं कितना गिनी जानी। सेंटर ऑफ मास ऑफ n पार्टिकल सिस्टम, ਜਿਹੜੇ ਸਿਸਟਮ ਦੇ ਅੰਦਰ ਦੋ ਦੀ ਜਗ੍ਹਾ ਤੇ ਮੇਰੇ ਕੋਲ n ਪਾਰਟੀਕਲ ਆ। ਮਤਲਬ ਸਲਫਰ ਦਾ ਮੋਲੀਕਿਊਲ ਅਸੀਂ ਕਹਿੰਦੇ S8 ਦਾ ਮੋਲੀਕਿਊਲ ਆ, ਅਸੀਂ ਉਹਦਾ ਸੈਂਟਰ ਮਾਸ ਲੱਭਣਾ ਹੋਵੇ, है ना, तो ਅਸੀਂ ਕਹਿੰਦੇ ਜੀ ਜੇ ਮੇਰੇ ਸਿਸਟਮ ਦੇ ਅੰਦਰ ਮੋਰ ਦੈਨ 2 ਪਾਰਟੀਕਲ ਆ ਗਏ, ਫਿਰ ਅਸੀਂ ਜਿਹੜਾ 2 ਪਾਰਟੀਕਲ ਦਾ ਰਿਜ਼ਲਟ ਆ ਇਸੇ ਨੂੰ ਜਨਰਲਾਈਜ਼ ਕਰਕੇ n ਪਾਰਟੀਕਲ ਦੇ ਲਿਖਦੇ ਕਿਦਾਂ। we know that center of mass of 2 particle system is given by, एक वर्ड ऐड कर रहे हैं, we know that position vector for, जो आप कैलकुलेट करते पे वो पोजीशन वेक्टर है, इसलिए पोजीशन वेक्टर की फॉर्म से लिखना पोजीशन वेक्टर ऑफ
center of mass of two particle system is given by, ਇਹਦਾ ਫਾਰਮੂਲਾ ਆਪਣੇ ਕੋਲ ਬਣ ਗਿਆ r vector equal to m1 r1 plus m2 r2 over m1 plus m2। ਤੇ ਜੇ ਮੇਰੇ ਸਿਸਟਮ ਚ ਹੁਣ ਮੰਨ ਲਓ ਇੱਕ ਟ੍ਰਾਇੰਗਲ ਆ ਜੇ, ਟ੍ਰਾਇੰਗਲ ਦੇ ਤਿੰਨ ਵਰਟੈਕਸ ਤੇ 3 ਮਾਸਸ ਪਏ ਆ, ਸਕੁਅਰ ਆ ਜੇ, ਪੈਂਟਾਗਨ ਆ ਜੇ, ਹੈਕਸਾਗਨ ਆ ਜੇ, ਆਕਟਾਗਨ ਆ ਜੇ, ठीक है, कोई एक मेरे को शेप गिवन हो जाए या कोई भी इररेगुलर बॉडी गिवन हो जाए जिहदे अंदर मेरे को मोर देन 2 पार्टिकल है। 2 पार्टिकल सिस्टम मेरा सब तो सिंपलेस्ट एग्जांपल है कहना जी एसएच सेंटर ऑफ मास वास्ते, ठीक है। ते जे मेरे सिस्टम च मोर देन 2 पार्टिकल हैगे, आप इहनू जनरलाइज करिए ते आप इस वे नाल डिफाइन करांगे। वी नो दैट सेंटर ऑफ मास ऑफ, सेम वर्ड हियर, पोजीशन वेक्टर फॉर center of mass of n particle system। सिर्फ इन्हों आप एज n पार्टिकल एक्सटेंड करके दिखाना ते आप वेरिएबल एही रखांगे, टर्म आ गई m1 r1 प्लस m2 r2 अप टू लास्ट mn into rn over m1 plus m2 अप टू लास्ट mn। क्लियर है जी? Yes, sir. Yes, तो n पार्टिकल ही डिफाइन करता। हुन जे इनु मैं जनरलाइज करके लिखना होवे, असि बहुत सारियां टर्म्स लेके चलिए 100 पार्टिकल दा सिस्टम हो जे ते आपा इन्नी नंबर ऑफ टर्म डिफाइन नहीं करांगे ना, आपा इनु जनरलाइज वे नाल लिखना होवे n पार्टिकल वास्ते ते n पार्टिकल वेले आप इनु क्या लिख दांगे, बाय अप्लाइंग समेशन, बाय अप्लाइंग समेशन we may write r vector ਦਾ ਫਾਰਮੂਲਾ ਮੇਰੇ ਕੋਲ ਆ ਜਾਏਗਾ ਸਮੇਸ਼ਨ। ਸਮੇਸ਼ਨ ਦਾ ਮਤਲਬ ਇਹ ਹੋਏਗਾ ਕਿ ਤੁਸੀਂ ਸਾਰੀਆਂ ਟਰਮਸ ਨੂੰ ਸਮ ਅਪ ਕਰਕੇ ਇੱਕ ਸਿੰਗਲ ਟਰਮ ਨਾਲ ਐਕਸਪ੍ਰੈਸ ਕਰਨ ਲੱਗੇ ਹੋ। ਸਮੇਸ਼ਨ ਲਾਇਆ, m ਔਰ r ਦੋਨਾਂ ਦੇ ਪੈਰੇਂਥੇਸਿਸ ਦੇ ਵਿੱਚ ਟਰਮ ਚੇਂਜ ਹੋ ਰਹੀਆਂ ਹਨਾ, ਇੱਥੇ ਵੀ ਹਰ ਥਾਂ ਦੇ ਉੱਤੇ ਆਪਾਂ ਇੱਕ ਜਨਰਲਾਈਜ਼ ਵੇਰੀਏਬਲ mi ਰੱਖ ਲਿਆ into ri, ठीक है, और i की वैल्यू 1 to n, क्या न्यूमिनेटर च जो लिखया उन्हों आपा समेशन लाके लिखिए। क्लियर है? yes, sir. डिवाइडेड बाय, Yes, sir. जे डिवाइड करके चलना ते m1 m2 m3 mn इस पूरी बॉडी दे सारे पार्टिकल्स दा मिला के टोटल मास आ। इनु भी जे समेशन लगा के लिखना ते इदा लिख दो i equal to 1 to n mi। mi एक पार्टिकल दा मास आ, समेशन लाने दा मतलब है कि इदां दे 1 तो लेके n तक जिन्ने भी पार्टिकल्स आ सारियां दे मास नू ऐड कर लो ते आपां इसे चीज में इदा लिख देने, put summation I equal to 1 to n mi equal to capital M, और कैपिटल M किनु कह रहे हैं, टोटल मास ऑफ बॉडी, ठीक है। ते यही इक्वेशन दोबारा लिख दिए ते पोजीशन वेक्टर का फार्मूला बन गया समेशन i equal to 1 to n mi into ri वेक्टर, डिवाइड कर दो इन्हों कहना कि बॉडी दे टोटल मास ना। क्या इन्नी चीज क्लियर है जी? Yes, sir. Yes, sir. ਹੁਣ ਇਹਦੇ ਵਿੱਚ ਹੀ ਆਪਾਂ ਅੱਗੇ ਕੰਡੀਸ਼ਨ ਕੀ ਲਗਾਉਣ ਲੱਗੇ, ਜੇ ਆਪਾਂ ਐਸ ਸੱਚ ਇੱਕ ਕੰਮ ਪਹਿਲਾਂ ਇਹ ਕਰ ਲਈਏ ਕਿ ਵੀ ਜੇ ਅਸੀਂ ਇਹ ਲੈ ਕੇ ਚੱਲੀਏ ਕਿ ਤੁਹਾਡਾ ਜਿਹੜਾ ਪਾਰਟੀਕਲ ਹੈਗਾ, ਜਿਹੜੇ ਇੰਡੀਵਿਜੂਅਲ ਪਾਰਟੀਕਲ ਉਹ ਵੀ ਔਰ ਜਿਹੜਾ ਸੈਂਟਰ ਆਫ ਮਾਸ ਦੀ ਪੋਜੀਸ਼ਨ ਉਹ ਵੀ ਹਨਾ, ਇਹ ਸਾਰੇ ਦੇ ਸਾਰੇ 3 ਡਾਈਮੈਂਸ਼ਨਲ ਸਪੇਸ ਚ ਪਏ ਆ। ਇਹਦਾ ਮਤਲਬ ਇਧਰੋਂ ਆਰ ਆਈ ਦੇ ਤੇ ਇਧਰੋਂ ਆਰ ਵੈਕਟਰ ਦੇ ਜੇ ਮੈਂ ਕੋਆਰਡੀਨੇਟ ਲਿਖ ਦਵਾਂ, ਯਾਨੀ ਜਿਹੜੀ ਚੀਜ਼ ਪਿੱਛੇ ਬੋਲੀ ਸੀਗੀ ਉਹੀ ਗੱਲ ਦੁਬਾਰਾ ਕਰਨ ਲੱਗਿਆ। ਜੇ ਮੈਂ ਇੱਥੇ ਆਰ ਆਈ ਤੇ ਆਰ ਦੇ ਕੋਆਰਡੀਨੇਟ ਲਿਖਣੇ ਆ ਤੇ ਵੀ ਮੈਂ ਰਾਈਟ ri position vector is given by xi into I cap, xi ਉਹਦਾ ਕੋਆਰਡੀਨੇਟ ਆ ਤੇ I cap ਉਹਦੀ ਡਾਇਰੈਕਸ਼ਨ ਆ, yi into j cap plus zi into k cap। ਇਹ ith ਪਾਰਟੀਕਲ ਦੀ ਸਪੇਸ ਪੋਜੀਸ਼ਨ ਕਿੱਥੇ ਆ, ठीक है, ਉਹਨੂੰ ਅਸੀਂ ਉਹਦੇ 3 ਕੋਆਰਡੀਨੇਟ ਦੀ ਫਾਰਮ ਚ ਲਿਖਿਆ। ਕੀ ਗੱਲ ਸਮਝ ਆਈ? Yes, sir. Yes, sir. ਇਸੇ ਤਰ੍ਹਾਂ ਹੀ ਜੇ ਅਸੀਂ ਪੋਜੀਸ਼ਨ ਵੈਕਟਰ ਜਿਹੜਾ ਸੈਂਟਰ ਆਫ ਮਾਸ ਦਾ ਆਣਾ ਉਹਨੂੰ ਵੀ ਲਿਖ ਦਿੰਦੇ, ਉਹਦੇ ਲਈ xi ਕੈਪ plus yj ਕੈਪ plus zk ਕੈਪ ਇਸ ਵੇ ਨਾਲ ਡਿਫਾਈਨ ਕਰ ਲਵਾਂ ਔਰ ਇਹ ਦੋਨੋਂ ਦੇ ਦੋਨੋਂ ਵੈਲਿਊਜ਼ ਇਸ ਫਾਰਮ ਵਿੱਚ ਪੁੱਟ ਅਪ ਕਰ ਦਵਾਂ ਤੇ ਤੁਸੀਂ ਆਪਣੇ ਗਿਵਨ ਪੋਜੀਸ਼ਨ ਵੈਕਟਰ ਨੂੰ ਸਪਲਿਟ ਕਰਕੇ
ਉਹਦੇ ਤਿੰਨ ਕੰਪੋਨੈਂਟ ਲਿਖਣ ਲੱਗੇ, ਇੱਕ x ਦੇ ਅਲੋਂਗ, ਇੱਕ y ਦੇ ਅਲੋਂਗ ਤੇ ਇੱਕ z ਐਕਸਿਸ ਦੇ ਅਲੋਂਗ। ठीक है, आ चीज इतने सब्स्टिट्यूट कर दो, अपनी इक्वेशन बन गई x I कैप प्लस y j कैप प्लस z k कैप इक्वल टू, इधर भी समेशन नु sh ri नु स्प्लिट करके लिख रहे हैं I इक्वल टू 1 to n mi इनटू आ सारी वैल्यू थे सब्स्टिट्यूट कर लो, अपनी इक्वेशन आ जाएगी xi इनटू I कैप प्लस yi इनटू j कैप प्लस zi इनटू k कैप। ठीक है, ते डिवाइडेड बाय m जेड़ा वो इथे बाहर ला देने। क्या आ इक्वेशन क्लियर है? Yes. Yes. हुन इधरों की करिए ਆਪਾਂ sh ਇੱਥੇ ਤੱਕ ਇਕੁਏਸ਼ਨ ਜਿਹੜੀ ਹੈ 3 ਡਾਈਮੈਂਸ਼ਨਲ ਆ, ਜਿਸ ਚ ਤਿੰਨੇ ਕੋਆਰਡੀਨੇਟ x y z ਇਕੱਠੇ ਲਿਖੇ ਗਏ ਆ, ਤੇ ਜੇ ਮੈਂ ਤਿੰਨ ਡਿਫਰੈਂਟ ਐਕਸਿਸ ਦੇ ਉੱਤੇ ਪੋਜੀਸ਼ਨ ਵੈਕਟਰ ਵੱਖਰਾ ਡਿਫਾਈਨ ਕਰਨਾ ਵਾ, ਤੇ ਬੇਟਾ ਦੋਨੋਂ ਸਾਈਡਸ ਤੋਂ i ਕੈਪ ਦੇ j ਕੈਪ ਦੇ ਤੇ k ਕੈਪ ਦੇ ਕੋਐਫੀਸ਼ੀਐਂਟ ਇਕੁਏਟ ਕਰ ਦਿਓ। ठीक है, दोनों साइड्स ਨੂੰ ਕੰਪੇਅਰ ਕਰੀ ਤਾਂ ਆਪਾਂ ਲਿਖ ਦਿੰਨੇ on comparing coefficient of i cap j cap and k cap, ਜੇ ਦੋਨਾਂ ਦੇ ਕੋਐਫੀਸ਼ੀਐਂਟ ਕੰਪੇਅਰ ਕਰੀਏ, ਇਧਰੋਂ i cap ਦਾ ਕੋਐਫੀਸ਼ੀਐਂਟ ਆਪਣਾ x ਆ ਜਾਏਗਾ, 1/m ਸਾਰੇ ਨਾਲ ਰਹੇਗਾ, ਸਮੇਸ਼ਨ i equal to 1 to n रहेगी, ਇਹਦੇ ਅੰਦਰ mi ਦੇ ਨਾਲ ਇਧਰੋਂ ਕੱਲਾ xi ਆ ਜਾਓ। क्या आ क्लियर जो कीता? Yes, sir. ਉਹ ਤਾਂ ਬਾਕੀ ਜਾਣਿਆਂ ਨੂੰ ਸਮਝ ਲੱਗਦੀ ਪਈ ਕਿ ਦੋ ਜਾਣੇ ਨੇ ਸਿਰਫ ਬਾਕੀਆਂ ਸਾਰੀਆਂ ਚੁੱਕੀ ਆ। Yes, sir. तो ये x कोऑर्डिनेट आ गया, ये मेरे को x कोऑर्डिनेट आ गया, एज सच के अंदर जी मेरे को पोजीशन वेक्टर जेड़ा सेंटर ऑफ मास दा होएगा ओदा x कंपोनेंट इतना निकल आएगा। इदां ही बाकी दोनों कंपोनेंट लिख दो। सिमिलरली जे y कंपोनेंट लिखिए, अपना फार्मूला बन जाना 1/m समेशन i इक्वल टू 1 to n mi into yi, ये मेरे को ओदा y कोऑर्डिनेट आ जाए, ਤੇ ਇਸੇ ਵੇਲੇ ਨਾਲ ਤੁਸੀਂ ਉਹਦਾ z ਕੋਆਰਡੀਨੇਟ ਡਿਫਾਈਨ ਕਰ ਦਿਓ। ਸਿਮਿਲਰਲੀ 1/m into summation i equal to 1 to n mi into zi, ਆ ਤਿੰਨ ਮੇਰੇ ਕੋਲ ਜਿਹੜੇ ਐਸਐਚ ਮੇਰੇ ਪੋਜੀਸ਼ਨ ਵੈਕਟਰ ਜਿਹੜਾ ਸੈਂਟਰ ਆਫ ਮਾਸ ਦਾ ਵਾ, ਉਹਦੇ ਤਿੰਨ ਕੋਆਰਡੀਨੇਟ ਤਿੰਨ ਐਕਸਿਸ ਦੇ ਉੱਤੇ ਸ਼ੋ ਆਫ ਕਰਦੇ ਪਏ। ਗੱਲ ਸਮਝ ਆ ਗਈ? Yes, sir. Yes, sir. Yes, sir. ਇੱਕ ਵਾਰੀ ਬੋਲ ਦੋ। चल ਹੁਣ ਇਤੋਂ ਹੀ ਕੰਟੀਨਿਊ, ਹਜੇ ਆਪਾਂ ਕੰਟੀਨਿਊ ਕਰਾਂਗੇ, ਇਹਨੂੰ ਇੱਕ ਹੋਰ ਫਾਰਮ ਚ ਲਿਖਣ ਲੱਗੇ ਜਿੱਦਾਂ ਆਪਾਂ ਸਮੇਸ਼ਨ ਫਾਰਮ ਦਿੱਤੀ ਆ। ਜੇ ਅਸੀਂ ਇਹ ਡਿਫਾਈਨ ਕਰੀਏ, ਤੁਹਾਡੀ ਬਾਡੀ ਜਿਹੜੀ ਗਿਵਨ ਹੋਏਗੀ, ਜਿਹੜੀ ਵੀ ਰਿਜਿਡ ਬਾਡੀ ਗਿਵਨ ਆ, ਹਨਾ, that will be consist of a very large number of particles। ਤੁਹਾਡੀ ਬਾਡੀ ਦੇ ਅੰਦਰ ਅਸੀਂ ਕਹਿੰਦੇ n ਜਿਹੜਾ ਨਾ, ਜਿਹੜੇ ਆਪਾਂ n ਨੰਬਰ ਆਫ ਪਾਰਟੀਕਲਸ ਉੱਤੇ ਲਿਖਾ ਕੇ ਸਮੇਸ਼ਨ ਲਾਈ ਆ, ਉਹ ਕਹਿੰਦਾ ਵੀ n ਬਹੁਤ ਲਾਰਜ ਹੋਵੇ, ਤੇ ਜੇ n ਬਹੁਤ ਲਾਰਜ ਹੋਏਗਾ ਨਾ, ਤੇ ਅਸੀਂ ਐਸ ਸੱਚ ਉਸ ਮੂਵਮੈਂਟ ਤੇ ith ਕੰਪੋਨੈਂਟ ਜਾਂ yth ਕੰਪੋਨੈਂਟ, ਜਿਹੜਾ ਵੀ ਕੰਪੋਨੈਂਟ ਆ i ਐਕਸਿਸ ਤੇ y ਤੇ ਜਾਂ z ਦੇ ਉੱਤੇ, ਅਸੀਂ ਉਹਦਾ ਐਸ ਸੱਚ ਜਿਹੜਾ ਮਾਸ ਆ, ਅਸੀਂ ਇਹਦਾ ਬਹੁਤ ਛੋਟਾ ਫ੍ਰੈਗਮੈਂਟ ਲਵਾਂਗੇ। ਮਤਲਬ ਕੀ ਕਹਿਣਾ ਚਾਹ ਰਿਹਾ ਕਿ ਜੇ ਅਸੀਂ ਇਸ ਲਾਈਨ ਨੂੰ ਇਦਾਂ ਡਿਫਾਈਨ ਕਰੀਏ, if a rigid body consists of a very large number of particles, a very large number of particles, ਤੁਹਾਡੀ ਬਾਡੀ ਦੇ ਅੰਦਰ ਅਸੀਂ ਮੰਨਦੇ ਪਏ ਬਹੁਤ ਸਾਰੇ ਮੇਰੇ ਕੋਲ ਜਿਹੜੇ ਪਾਰਟੀਕਲਸ ਨੇ, ਠੀਕ ਹੈ, ਉਸ ਕੇਸ ਦੇ ਅੰਦਰ ਆਪਾਂ ਇਸ ਇਕੁਏਸ਼ਨ ਦੇ ਵਿੱਚ ਪੂਰਾ ਮਾਸ mi ਨਹੀਂ ਲਵਾਂਗੇ, ਅਸੀਂ ਉਹਦਾ ਇੱਕ ਸਮਾਲ ਪਾਰਟ ਜਿਹੜਾ ਵਾ ਉਹਦੇ ਲਈ ਅਸੀਂ ਇਕੁਏਸ਼ਨ ਡਿਫਾਈਨ ਕਰਕੇ ਫਿਰ ਉਹਨੂੰ ਸਮੇਸ਼ਨ ਕਰਾਂਗੇ। ਗੱਲ ਸਮਝ ਲੱਗੀ ਜੋ ਬੋਲੀ ਮੈਂ? Yes, sir. ਜੇ ਪੁੱਤ ਰਿਜਿਡ ਬਾਡੀ ਦੇ ਅੰਦਰ ਲਾਰਜ ਨੰਬਰ ਆਫ ਪਾਰਟੀਕਲ ਆ ਗਏ, ਆਪਾਂ ਇਹਨੂੰ ਇਦਾਂ ਕਹਿੰਦੇ then we taken a small mass, ठीक है, along a given axis, therefore ਜੇ ਐਸਐਚ ਹੁਣ ਇਸੇ ਚੀਜ਼ ਨੂੰ ਅਸੀਂ ਯਾਨੀ x ਕੋਆਰਡੀਨੇਟ ਨੂੰ ਦੁਬਾਰਾ ਲਿਖਣਾ ਹੋਵੇ ਤੇ ਲਿਖਣ ਦਾ ਮੈਥਡ ਚ ਚੇਂਜ ਕਿੱਥੇ ਆ ਜਾਏਗੀ? ਸਮੇਸ਼ਨ ਇਦਾਂ ਲਾਉਂਗੇ, ਸਮੇਸ਼ਨ ਇਦਾਂ ਲਾਉਂਗਾ, ਅੱਜ ਹੀ ਇਦਾਂ ਲਿਖਾਂਗਾ 1/m, ठीक है, समेशन भी ऐसे वे नहीं लगावांगा, समेशन i equal to 1 to n
ਜਿੱਥੇ ਮਾਸ ਅਸੀਂ ਪੂਰੇ ਦਾ ਪੂਰਾ mi ਕੰਸੀਡਰ ਕੀਤਾ ਸੀ, ਉਹਦਾ ਇੱਕ ਸਮਾਲ ਪਾਰਟ ਲੈਣ ਲੱਗੇ ਜਿਹਨੂੰ ਡੈਲਟਾ mi ਨਾਲ ਡਿਫਾਈਨ ਕਰ ਦਾਂਗਾ। ਠੀਕ ਹੈ, ਆ ਉਹਦਾ x ਕੋਆਰਡੀਨੇਟ ਆ ਜੂ। ਚੇਂਜ ਕੀ ਆਈ, ਚੇਂਜ ਕੀ ਕੀਤੀ, ਕੀ ਗੱਲ ਸਮਝ ਆਈ? ਸਰ ਰਿਪੀਟ ਕਰ ਦਿਓ ਇੱਕ ਵਾਰ। ਜਿੱਥੇ ਅਸੀਂ ਇਹ ਮੰਨ ਕੇ ਚੱਲੀਏ ਸਾਡੀ ਬਾਡੀ ਦੇ ਅੰਦਰ ਪਾਰਟੀਕਲ ਦੀ ਗਿਣਤੀ ਵੱਧਦੀ ਆ ਤੇ ਤੁਸੀਂ ਸਾਰੇ ਦੇ, ਉਹ ਕਹਿੰਦਾ ਵੀ ਫਿਰ ਸਮੇਸ਼ਨ ਇੰਡੀਵਿਜੂਅਲ ਪਾਰਟੀਕਲ ਤੇ ਲੱਗਣ ਹੋ ਰਹੀ। ਜੇ ਆ ਮੇਰੀ ਗਿਵਨ ਬਾਡੀ ਆ, ਠੀਕ ਹੈ, ਇਹਦੇ ਅੰਦਰ ਪਾਰਟੀਕਲ 4 ਆ, ਮੈਂ ਪਹਿਲੇ ਦੇ ਦੂਜੇ ਦੇ ਤੀਜੇ ਦੇ ਚੌਥੇ ਸਾਰਿਆਂ ਦੀ ਵੱਖਰੀ ਵੱਖਰੀ ਮੋਸ਼ਨ ਸਟੱਡੀ ਕੀਤੀ, ਸਮ ਕਰ ਦਵਾਂ ਹੋ ਜੂ। ਜੇ ਮੈਂ ਇਹ ਕਹਾਂ ਜੀ ਇਸ ਬਾਡੀ ਦੇ ਅੰਦਰ 4000 ਪਾਰਟੀਕਲ, ਤੇ ਫਿਰ 4000 ਪਾਰਟੀਕਲ ਦੀ ਹਰ ਇੱਕ ਦੀ ਇੰਡੀਵਿਜੂਅਲ ਮੋਸ਼ਨ ਸਟੱਡੀ ਕਰਕੇ ਸਮੇਸ਼ਨ ਲਾਣੀ ਸੌਖੀ ਨਹੀਂ ਹੋਏਗੀ। ਅਸੀਂ ਕੀ ਕਰਾਂਗੇ, ਬਾਡੀ ਦਾ ਆ ਇੱਕ ਸਮਾਲ ਪਾਰਟ ਲੈ ਲਿਆ, ਠੀਕ ਹੈ ਜੀ, ਇਹਦਾ ਐਸਐਚ ਆ ਇੱਕ ਸਮਾਲ ਪਾਰਟ ਲੈ ਲਿਆ, ਆ ਫਿਰ ਪੂਰੀ ਬਾਡੀ ਦਾ ਜਿਹੜਾ ਮਾਸ ਸੀਗਾ ਅਸੀਂ ਉਹਨੂੰ ਸਮਾਲ ਪਾਰਟ ਚ ਡਿਵਾਈਡ ਕਰ ਲਿਆ। ਯੈਸ ਸਰ। ਆ ਸਾਰੇ ਸਮਾਲ ਪਾਰਟ ਕੰਬਾਈਨ ਕਰਕੇ ਇਹਦੇ ਤੇ ਸਮੇਸ਼ਨ ਲਾਣੀ, ਤੇ ਫਿਰ ਆ ਸਮਾਲ ਪਾਰਟ ਨੂੰ ਅਸੀਂ ਡੈਲਟਾ mi ਨਾਲ ਰਿਪਰੈਜ਼ੈਂਟ ਕੀਤਾ। ਹੁਣ ਅੱਗਿਓਂ ਕੀ ਕਹਿਣ ਲੱਗਿਆ, ਜੇ ਇਸ ਤੋਂ ਵੀ ਛੋਟਾ ਪਾਰਟ ਹੋਵੇ, ਮੰਨ ਲਓ ਤੁਹਾਡੀ ਬਾਡੀ ਦੇ ਅੰਦਰ 4000 ਪਾਰਟੀਕਲ ਨਾ ਹੋ ਕੇ ਮੇਰੇ ਕੋਲ 4 ਬਿਲੀਅਨ ਪਾਰਟੀਕਲਸ ਹੋ, ਠੀਕ ਹੈ, ਮੰਨ ਲਓ ਮੇਰੇ ਕੋਲ ਇੱਕ ਛੋਟੇ ਜਿਹੇ ਸੈਂਪਲ ਦੇ ਅੰਦਰ, ਮੰਨ ਲਓ ਅਸੀਂ ਕਹਿੰਦੇ ਕਾਪਰ ਦੀ ਗੱਲ ਕਰੀਏ, ਅਸੀਂ ਕਹਿੰਦੇ ਕਾਪਰ ਦੀ ਜਿਹੜੀ ਨੰਬਰ ਡੈਂਸਿਟੀ ਆ ਫ੍ਰੀ ਇਲੈਕਟ੍ਰੋਨ ਦੀ, ਕੱਲੇ ਫ੍ਰੀ ਇਲੈਕਟ੍ਰੋਨ ਦੀ, ਉਹ 10 ਰੇਜ਼ ਟੂ ਪਾਵਰ 29 ਪਰ ਮੀਟਰ ਕਿਊਬ ਆ। 1 ਮੀਟਰ ਕਿਊਬ ਵੋਲੀਅਮ ਦੇ ਅੰਦਰ ਅਸੀਂ ਕਹਿੰਦੇ 10 ਰੇਜ਼ ਟੂ ਪਾਵਰ 29 ਐਟਮਸ ਆ। ਤੇ ਜੇ ਮੈਂ ਉਹਨਾਂ ਸਾਰਿਆਂ ਦਾ ਮਿਲਾ ਕੇ ਸੈਂਟਰ ਆਫ ਮਾਸ ਕੱਢਣਾ ਹੋਵੇ ਤੇ ਵਟ ਵੀ ਵਿਲ ਡੂ, ਕਹਿੰਦਾ ਜੀ ਯੂ ਆਰ ਫਰਦਰ ਟੇਕਨ ਅ ਵੈਰੀ ਵੈਰੀ ਸਮਾਲ ਪਾਰਟ, ਤੁਸੀਂ ਇਹਦੇ ਵਿੱਚ ਵੀ ਅੱਗੇ ਹੋਰ ਪਾਰਟ ਛੋਟੇ ਕਰਦੇ ਚਲੇ ਜਾਓ, ਯਾਨੀ ਇੱਕ ਸਮਾਲ ਪਾਰਟ ਦੇ ਲਈ ਹੋਰ ਸਮਾਲ ਪਾਰਟ ਬਣਾ ਦਾਂ, ਫਿਰ ਡੈਲਟਾ ਨੂੰ ਅਸੀਂ ਸਪਲਿਟ ਕਰਕੇ ਇਹਨੂੰ ਅਸੀਂ ਐਸਐਚ ਇੰਟੀਗ੍ਰੇਸ਼ਨ ਚ ਚੇਂਜ ਕਰ ਜਾਾਂਗੇ। ਸਮੇਸ਼ਨ ਉਦੋਂ ਜਦੋਂ ਲਾਰਜ ਚੇਂਜ ਆ ਤੇ ਇੰਟੀਗ੍ਰੇਸ਼ਨ ਉਦੋਂ ਜਦੋਂ ਬਹੁਤ ਸ਼ਾਰਟ ਚੇਂਜ ਆ। ਇਹਦਾ ਮਤਲਬ ਜੇ ਆਪਾਂ ਆ ਡਿਫਾਈਨ ਕਰੀਏ, ਠੀਕ ਹੈ, ਇਦਾਂ ਹੀ y ਕੋਆਰਡੀਨੇਟ ਆ, ਇਦਾਂ ਹੀ z ਆ, ਇੱਕ ਪੁੱਤ ਲਿਖਦਾ ਪਿਆ ਬਾਕੀ ਨਾਲ ਦੇ ਕੋਆਰਡੀਨੇਟ ਲਿਖ ਨਹੀਂ ਰਿਹਾ, ਠੀਕ ਹੈ ਜੀ, ਸੇਮ ਰਿਜ਼ਲਟ ਆਪਾਂ ਐਸਾ ਜਿੱਤੇ ਲਿਖੀ ਜਾਣਾ, xi ਦੀ ਥਾਂ ਤੇ yi ਤੇ zi ਪਾਣਾ। ਆ ਚੀਜ਼ ਦੋ ਪਹਿਲਾਂ ਕਲੀਅਰ ਆ? Yes, sir. Yes, sir. ਜੇ ਹੁਣ ਆਪਾਂ ਆ ਕਹਿ ਦਈਏ if n is approach to infinity, ਮਤਲਬ n ਬਹੁਤ ਲਾਰਜ ਆ, ਤੇ in that case ਕਹਿੰਦਾ ਜੀ then we may write, ਫਿਰ ਤੁਸੀਂ ਇਸੇ ਰਿਜ਼ਲਟ ਨੂੰ ਜੇ ਦੁਬਾਰਾ ਲਿਖਣਾ, ਠੀਕ ਹੈ ਜੀ, ਆਪਾਂ ਇਹਨੂੰ x ਕੰਪੋਨੈਂਟ ਨੂੰ ਇਦਾਂ ਲਿਖ ਦਾਂਗੇ 1/x ਸਮੇਸ਼ਨ ਇੰਟੀਗ੍ਰੇਸ਼ਨ ਚ ਬਦਲ ਜਾਓ, ਕਿਉਂਕਿ ਜੇ ਬਹੁਤ ਨਿੱਕੇ ਪਾਰਟ ਬਣਾ ਲੇ ਤੇ ਉਹ ਸਾਰੇ ਸਮਾਲਰ ਪਾਰਟ ਦੇ ਆਰ ਸੋ ਮਚ ਕਲੋਜ਼ ਟੂ ਵਨ ਅਨਦਰ ਕਿ ਡਿਸਟ੍ਰੀਬਿਊਸ਼ਨ ਆਫ ਮਾਸ ਇਜ਼ ਅਪੀਅਰ ਟੂ ਬੀ ਕੰਟੀਨਿਊਸ। ਅਸੀਂ ਡਿਸਟ੍ਰੀਬਿਊਸ਼ਨ ਦੋ ਤਰ੍ਹਾਂ ਦੀ ਲੈਂਦੇ ਆ, ਇੱਕ ਡਿਸਕ੍ਰੀਟ ਤੇ ਇੱਕ ਕੰਟੀਨਿਊਸ। ਜੇ ਸਾਰੇ ਪਾਰਟੀਕਲਸ ਇੱਕ ਦੂਜੇ ਤੋਂ ਸਪੇਸ ਦੇ ਉੱਤੇ ਹੈਗੇ ਆ, ਅਸੀਂ ਕਹਿੰਦੇ ਜੀ ਉਹ ਡਿਸਕ੍ਰੀਟ ਡਿਸਟ੍ਰੀਬਿਊਸ਼ਨ ਆ, ਵੱਖਰੇ ਵੱਖਰੇ ਆ। ਪਰ ਜੇ ਵੋਲੀਅਮ, ਏਰੀਆ ਜਾਂ ਲੈਂਥ ਥੋੜੀ ਤੇ ਨੰਬਰ ਆਫ ਪਾਰਟੀਕਲਸ ਦੀ ਗਿਣਤੀ ਬਹੁਤ ਲਾਰਜ ਆ, ਤੇ then we consider ਕਿ that distribution is taken to be continuous। ਤੇ ਜਦੋਂ continuous distribution ਲੈਂਦੇ ਆ ਹਮੇਸ਼ਾ summation integration ਚ, ਤੇ ਡੈਲਟਾ ਹਮੇਸ਼ਾ d ਚ ਕਨਵਰਟ ਹੋ ਜਾਂਦਾ। ਇਹਦਾ ਮਤਲਬ ਜੇ ਮੈਂ x ਕੋਆਰਡੀਨੇਟ ਲਿਖਣਾ ਹੋਵੇ ਤਾਂ then we may write 1/m times the x into dm। x ਮੈਂ ਲਿਖ ਲਿਆ ਇਸ ਸਮਾਲ ਪੋਜੀਸ਼ਨ ਨੂੰ, ਤੇ ਡੈਲਟਾ m ਦੀ ਥਾਂ ਤੇ ਸਮਾਲ ਮਾਸ ਜਿਹੜਾ ਹੋਏਗਾ ਉਹ dm ਨਾਲ ਡਿਫਾਈਨ ਕਰ ਦੂੰ। ਕਿ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. Yes, sir. Yes, sir. Clearly, ਇਸੇ ਵੇ ਨਾ ਅਸੀਂ ਉਹਦਾ y ਕੋਆਰਡੀਨੇਟ ਲਿਖ ਸਕਦੇ ਹਾਂ, ਠੀਕ ਹੈ ਜੀ, y dm ਨਾਲ। ਔਰ ਸਿਮਿਲਰਲੀ ਇਸੇ ਵੇ ਨਾਲ ਤੁਸੀਂ ਉਹਦਾ z ਕੰਪੋਨੈਂਟ ਲਿਖ ਸਕਦੇ ਹੋ, ਯਾਨੀ z into d। ਕੀ ਆ ਚੀਜ਼ ਕਲੀਅਰ ਹੈ ਜੀ? Yes, sir. Yes, Yes, sir. sir. ਹੁਣ ਸੁਣੋ ਗੱਲ ਧਿਆਨ ਨਾਲ, ਇਹ ਆਪਾਂ ਐਸਐਚ ਸੈਂਟਰ ਆਫ ਮਾਸ ਦਾ ਟੌਪਿਕ 2 ਪਾਰਟੀਕਲ ਤੋਂ ਜਦੋਂ ਐਕਸਟੈਂਡ ਕਰਕੇ n ਪਾਰਟੀਕਲ ਹੀ ਲਿਖਦੇ ਆ, ਸਿਰਫ ਅਸੀਂ ਉਹਨਾਂ ਕੀਤਾ ਕਿ ਵੀ ਪਾਰਟੀਕਲ ਨੂੰ ਕਿਹੜੇ ਡਿਫਰੈਂਟ ਮੈਥਡ ਨਾਲ ਪੋਜੀਸ਼ਨ ਵੈਕਟਰ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ, ਠੀਕ ਹੈ। ਫਿਰ ਅਸੀਂ ਸਮੇਸ਼ਨ ਲਾ ਕੇ n ਪਾਰਟੀਕਲ ਲਈ ਡਾਇਰੈਕਟ ਰਿਜ਼ਲਟ ਲਿਖਿਆ, ਫਿਰ ਮੁੜ ਕੇ ਅਸੀਂ ਕਿਹਾ ਜੀ ਇਹਦੇ ਐਸਐਚ ਅੱਗੇ ਡਿਫਰੈਂਟ ਐਕਸਿਸ ਤੇ ਡਿਫਰੈਂਟ ਕੋਆਰਡੀਨੇਟ ਬਣ ਸਕਦੇ, ਤੇ ਅਸੀਂ ਕਿਹਾ ਅਸੀਂ ri ਤੇ r ਨੂੰ ਸਪਲਿਟ ਕਰਕੇ ਇਹਦੇ ਕੰਪੋਨੈਂਟ ਦੀ ਫਾਰਮ ਚ ਬਣਾ ਦੋ। ਅਸੀਂ ਆ ਇਕੁਏਸ਼ਨ x y z ਦੀ ਫਾਰਮ ਚ ਲਿਖ ਲਈ। ਨੈਕਸਟ ਲਾਈਨ ਚ ਅਸੀਂ ਕਿਹਾ ਕਿ ਵੀ ਇਹਨਾਂ ਦੇ i ਕੈਪ, j ਕੈਪ ਤੇ k ਕੈਪ, ਇਹਨਾਂ ਦੇ ਕੋਐਫੀਸ਼ੀਐਂਟ ਤਿੰਨਾਂ ਐਕਸਿਸ ਤੇ ਕਹਿੰਦਾ ਜੀ ਵੱਖਰੇ ਵੱਖਰੇ ਕਰ ਦਿਓ। ਅਸੀਂ ਤਿੰਨੇ ਦੇ ਤਿੰਨੇ ਕੋਆਰਡੀਨੇਟ ਉਹਦੇ ਤਿੰਨ ਐਕਸਿਸ ਦੇ ਉੱਤੇ ਕਹਿੰਦਾ ਉਹ ਕੈਲਕੂਲੇਟ ਕਰ ਲਏ।
ਉਸ ਤੋਂ ਬਾਅਦ ਅਸੀਂ ਸਿਰਫ ਇਹ ਦੱਸਿਆ ਕਿ ਵੀ ਜੇ ਤੁਹਾਡੀ ਬਾਡੀ ਦੇ ਅੰਦਰ ਜਿਹੜੇ ਪਾਰਟੀਕਲਸ ਆ ਉਹਦੀ ਗਿਣਤੀ ਲਾਰਜ ਹੁੰਦੀ ਚਲੇ ਜਾਵੇ, ਕਹਿੰਦਾ ਜੀ ਫਿਰ ਤੁਸੀਂ ਬਾਡੀ ਦੇ ਸਮਾਲ ਪਾਰਟ ਲੈਣੇ ਸ਼ੁਰੂ ਕਰੋਗੇ। ਸਮਾਲ ਪਾਰਟ ਵਾਸਤੇ ਕੰਡੀਸ਼ਨ ਅਸੀਂ ਪੋਜੀਸ਼ਨ ਵੈਕਟਰ ਦੀ ਡਿਫਾਈਨ ਕੀਤੀ, ਤੇ ਜੇ ਹੋਰ ਵੀ ਛੋਟੇ ਹੋ ਜਾਣ ਤੇ ਫਿਰ ਅਸੀਂ ਕਹਿੰਦੇ ਜੀ ਅਸੀਂ ਬਹੁਤ ਸਮਾਲ ਪਾਰਟ ਕੰਸੀਡਰ ਕਰਾਂਗੇ, ਤੇ ਫਿਰ ਬਹੁਤ ਸਮਾਲਰ ਪਾਰਟ ਦੀ ਅਸੀਂ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਡੀ ਨਾਲ ਡਿਫਾਈਨ ਕਰ ਦਿੱਤੀ। ਕਿ ਆ ਚੀਜ਼ਾਂ ਕਲੀਅਰ? Yes, sir. Yes, sir. Yes, sir. ਕਿਸੇ ਨੂੰ ਕੋਈ ਸਟੈਪ ਦਾ ਡਾਊਟ ਹੈ ਕਿ ਨਾ ਕਲੀਅਰ ਆ? ਟੌਪਿਕ ਅੱਗੇ ਉਹਨੇ ਦਿੱਤਾ ਤੁਹਾਡੇ ਕੋਲ, ਕਹਿੰਦਾ ਜੀ ਸੈਂਟਰ ਆਫ ਮਾਸ ਆਫ ਏ center of mass of a rigid body। rigid body को तो ਅਸੀਂ ਅੱਗੇ ਡਿਫਾਈਨ ਕੀਤਾ ਕਿ ਵੀ ਕੋਈ ਵੀ ਉਹ ਸਿਸਟਮ ਜਿਹਦੇ ਅੰਦਰ ਇੰਟਰ ਪਾਰਟੀਕਲ ਡਿਸਟੈਂਸ ਜਿਹੜਾ ਉਹ ਚੇਂਜ ਨਾ ਹੁੰਦਾ ਹੋਵੇ, ਠੀਕ ਹੈ ਜੀ, that body is to be called as a rigid body। ਕਹਿੰਦਾ ਜੀ ਸੈਂਟਰ ਆਫ ਮਾਸ ਉਹਦਾ ਕਿੱਥੇ ਲਾਈ ਕਰਦਾ, ਤੇ ਅੱਗੇ ਵੀ ਇੱਕ ਗੱਲ ਕੀ ਸੀਗੀ, ਫਿਰ ਉਹੀ ਰਿਪੀਟ ਕਰਨ ਲੱਗਿਆ ਕਿ ਸੈਂਟਰ ਆਫ ਮਾਸ ਹਮੇਸ਼ਾ ਤੁਹਾਡੇ ਕੋਲ ਐਸਐਚ ਜੇ ਬਾਡੀ ਦੇ ਮਾਸ ਦੀ ਡਿਸਟ੍ਰੀਬਿਊਸ਼ਨ ਯੂਨੀਫਾਰਮ ਹੋਏਗੀ ਤੇ ਸਿਮੈਟ੍ਰੀਕਲ ਸ਼ੇਪ ਦੀਆਂ ਜਿਹੜੀਆਂ ਫਿਗਰਸ ਨੇ ਉਹਨਾਂ ਦਾ ਸੈਂਟਰ ਆਫ ਮਾਸ ਹਮੇਸ਼ਾ ਉਹਨਾਂ ਦੇ ਜਿਓਮੈਟ੍ਰੀਕਲ ਸੈਂਟਰ ਤੇ ਆਂਦਾ। ਲਾਈਨ ਸਮਝ ਲੱਗੀ ਜੋ ਮੈਂ ਬੋਲੀ? Yes, sir. Yes, sir. Yes, sir. गिवन आ, जे मेरे को स्फीयर गिवन आ, ठीक है, जे मेरे को एक स्क्वायर गिवन आ, जे ट्रायंगल गिवन आ, जे कोनिकल शेप गिवन, जिन्नियां भी सिमेट्रिकल शेप ने जे ਉਹਨਾਂ ਵਿੱਚੋਂ ਕਿਸੇ ਦਾ ਵੀ ਸੈਂਟਰ ਆਫ ਮਾਸ ਅਸੀਂ ਲੋਕੇਟ ਕਰਨਾ ਹੋਵੇ ਤਾਂ ਅਸੀਂ ਕਹਿੰਦੇ ਹਮੇਸ਼ਾ ਉਹਦਾ ਜਿਓਮੈਟ੍ਰੀਕਲ ਸੈਂਟਰ ਉਹਦਾ ਸੈਂਟਰ ਆਫ ਮਾਸ ਹੋਏਗਾ। ਪਰ ਜੇ ਮੇਰੇ ਕੋਲ ਬਾਡੀ ਇਰਰੈਗੂਲਰ ਸ਼ੇਪ ਦੀ ਗਿਵਨ ਆ ਤੇ ਅਸੀਂ ਉਹਦਾ ਸੈਂਟਰ ਆਫ ਮਾਸ ਕੱਢਣਾ, ਫਿਰ ਜਿਹੜਾ ਪਿੱਛੇ ਹੁਣੀ ਮੈਥਡ ਲਗਾਇਆ ਕਿ ਉਹਦਾ ਸਮਾਲ ਸੈਗਮੈਂਟ ਬਣਾਵਾਂਗੇ, ਹਰ ਸਮਾਲ ਸੈਗਮੈਂਟ ਦਾ ਸੈਂਟਰ ਆਫ ਮਾਸ ਕੱਢੂੰਗਾ, ठीक है। फिर जिन्ने जिन्ने आ जगह कह रहे हैं, मान लो आ बॉडी आ गई, मैं इस पोर्शन का सेंटर मास वखरा कढूंगा, एदी लोकेशन वखरी, आ सेंटर मास दी लोकेशन वखरी, एदी वखरी, फिर एदी वखरी, सारी बॉडी दे जिन्ने इदा दी लोकेशंस आईयां, फिर इन्हां सारियां दा मिला के जेड़ा कहंदा जी एसएच कॉमन पॉइंट बनेगा, ओनू असी एसएच पूरी बॉडी दा सेंटर मास लेके चलदे। पर तुहाडे सिलेबस दे अंदर जेड़ियां सिमेट्रिकल शेप बॉडीज ने उन्हां दे सेंटर मास आने, इसलिए सानू एक टेबल याद करना पएगा बुक दे विचों कि भी जे एसएच सेंटर ऑफ मास दी लोकेशन लैनी आ वो किथे हुंदी आ। कहंदा जी जे मैं कहां मेरे कोल एसएच ट्रायंगल आ ते ट्रायंगल दे अंदर ओदा जेड़ा सेंट्रॉइड होएगा, ठीक है, ट्रायंगल दे अंदर जेड़ा ओदा सेंट्रॉइड होएगा वो ओदी सेंटर ऑफ मास दी लोकेशन आ। जे स्क्वायर गिवन आ ते स्क्वायर दे जिथे डायगोनल इंटरसेक्ट करदे आ वो ओदा सेंटर ऑफ मास दी लोकेशन आ। जे कोनिकल शेप दी बॉडी आ ਤੇ ਬੇਸ ਤੋਂ 1/4 ਹਾਈਟ ਤੇ ਉਹਦੇ ਐਕਸਿਸ ਦੇ ਉੱਤੇ ਉਹਦਾ ਸੈਂਟਰ ਆਫ ਮਾਸ ਹੋਏਗਾ। ਸਪੀਅਰ ਆ, ਸਪੀਅਰ ਦੇ ਸੈਂਟਰ ਤੇ ਉਹਦਾ ਸੈਂਟਰ ਆਫ ਮਾਸ ਹੋਏਗਾ। ਜੇ ਮੇਰੇ ਕੋਲ ਸਿਲੰਡਰ ਆ ਤੇ ਉਹਦਾ ਐਕਸਿਸ ਜਿਹੜਾ ਹੋਏਗਾ ਉੱਥੇ ਉਹਦਾ ਸੈਂਟਰ ਆਫ ਮਾਸ ਸੈਂਟਰ ਤੇ ਆਏਗਾ। ਸੋ ਜਿੰਨੀਆਂ ਸਿਮੈਟ੍ਰੀਕਲ ਸ਼ੇਪ ਦੀਆਂ ਫਿਗਰਸ ਨੇ ਉਹਨਾਂ ਦੇ ਸੈਂਟਰ ਆਫ ਮਾਸ ਉਹਨਾਂ ਦੇ ਜਿਓਮੈਟ੍ਰੀਕਲ ਸੈਂਟਰ ਤੇ ਆ। ਇਸੇ ਚੀਜ਼ ਨੂੰ ਡਿਫਾਈਨ ਕਰਨ ਲਈ, ਠੀਕ ਹੈ, ਆਪਾਂ ਇਹਨੂੰ ਸ਼ੋ ਆਫ ਕਰਨ ਲਈ ਇੱਕ ਐਗਜ਼ਾਮਪਲ ਕੋਡ ਕਰਨ ਲੱਗੇ ਕਿ ਸੈਂਟਰ ਆਫ ਮਾਸ ਜਿਹੜਾ ਹੋਏਗਾ, सेंटर ऑफ मास ऑफ अ यूनिफॉर्म रॉड। जे तुहाडे कोल एक रॉड गिवन आ, ठीक है, यानी मेरी सिलेंड्रिकल शेप दी बॉडी आ गई, एक रॉड गिवन आ, तुहाडा एक पेन गिवन आ, ठीक है, ओदा सेंटर ऑफ मास फाइंड आउट करना, प्रोवाइडेड मास ओदा यूनिफॉर्मली डिस्ट्रीब्यूटेड आ। ते आपां इहनूं इदां शो कर देना कि आ मान लो मेरे कोल एस सच एक रॉड आ गई, आ मेरे कोल एक रॉड गिवन आ, आ मान लो मेरे कोल एक कोई रॉड गिवन आ, ठीक है, ਇਹਦਾ ਇੱਕ ਐਜ ਜਿੱਥੇ ਲਾਈ ਕਰਦਾ ਪਿਆ A ਪੁਆਇੰਟ, ਇਹਦਾ ਕੋਆਰਡੀਨੇਟ ਲਿਖਾਂ ਤੇ ਇਹਦੇ ਕੋਆਰਡੀਨੇਟ x ਔਰ y ਐਕਸਿਸ ਦਾ ਕੋਆਰਡੀਨੇਟ 0 0। ਆਪਾਂ ਪਲੇਨ ਚ ਮੰਨਿਆ ਕਿ ਰॉड ਪਈ ਆ, ਸਪੇਸ ਦੇ ਅੰਦਰ ਤਾਂ ਥਰਡ z ਐਕਸਿਸ ਵੀ ਲਿਖ ਦਿੰਦੇ, ਉਹ ਵੀ ਕੋਆਰਡੀਨੇਟ 0 ਲਿਖ ਲੈਂਦੇ। ਹੁਣ ਜਦੋਂ ਤੁਸੀਂ ਇਸ ਰॉड ਦਾ ਸੈਂਟਰ ਆਫ ਮਾਸ ਕੱਢਣਾ ਵਾ, ਅਸੀਂ ਮੰਨਿਆ ਤਾਂ ਸੈਂਟਰ ਆਫ ਮਾਸ ਜਿਹੜਾ ਨਾ ਇਹ ਇਹਦੇ ਸੈਂਟਰ ਇਹਦੇ origin ਤੋਂ x ਡਿਸਟੈਂਸ ਤੇ ਲਾਈ ਕਰਦਾ। ਆਪਾਂ ਨੂੰ x ਨੇ ਡਿਫਾਈਨ ਹੈਗਾ ਕਿੰਨਾ ਹੈਗਾ, x ਅਸੀਂ ਅਨਨੋਨ ਆ, ਅਸੀਂ ਫਾਈਂਡ ਆਊਟ ਕਰਾਂਗੇ। ਇਹਦੇ ਸੈਂਟਰ ਤੋਂ x ਡਿਸਟੈਂਸ ਤੇ ਲਾਈ ਕਰਦਾ। ਇਹਦਾ ਸੈਂਟਰ ਆਫ ਮਾਸ ਫਾਈਂਡ ਆਊਟ ਕਰਨ ਲਈ ਅਸੀਂ ਇਸ ਰॉड ਦਾ ਇੱਕ ਸਮਾਲ ਪੋਰਸ਼ਨ ਲੈ ਲਾਂਗੇ, ਠੀਕ ਹੈ, ਇਹਦਾ ਇੱਕ ਸਮਾਲ ਪੋਰਸ਼ਨ ਲੈ ਲਿਆ ਜਿਹਦੀ ਲੈਂਥ dx ਹੋਏਗੀ, ਜਿਹਦੀ ਲੈਂਥ dx ਹੋਏਗੀ ਤੇ ਉਹਦੇ ਐਸਐਚ ਮਾਸ ਮੇਰੇ ਕੋਲ ਜਿਹੜਾ ਵਾ ਉਹ dm ਹੋਏਗਾ। ਯਾਨੀ ਇੱਕ ਸਮਾਲ ਪਾਰਟ ਦਾ ਅਸੀਂ ਐਸਐਚ ਪੋਜੀਸ਼ਨ ਲੋਕੇਟ ਕਰਨ ਲੱਗੇ, dx ਉਹਦੀ ਲੈਂਥ ਆ ਜਿਹੜੀ ਸੈਂਟਰ ਤੋਂ x ਡਿਸਟੈਂਸ ਦੂਰ ਆ, ਠੀਕ ਹੈ, ਤੇ dm ਉਹਦਾ ਮਾਸ ਆ। ਕੀ ਵੇਰੀਏਬਲ ਕਲੀਅਰ ਆ? Yes. sir. Yes, sir. ਰॉड ਅਸੀਂ ਕੰਸੀਡਰ ਕਰ ਲਈ ਸਾਡੀ l ਲੈਂਥ ਦੀ ਆ। ਜੇ ਆ 0 ਮੀਟਰ ਹੋਇਆ ਐਂਡ
ਤੇ ਆ ਰੋਡ ਦਾ ਜਿਹੜਾ B ਐਂਡ ਹੋਏਗਾ ਇਹਦੇ ਕੋਆਰਡੀਨੇਟ L0 ਆ ਜਾਓ। ਅਸੀਂ ਮੰਨਿਆ ਕਿ ਰੋਡ x ਐਕਸਿਸ ਦੇ ਅਲੋਂਗ ਪਈ ਆ, ਇਸ ਲਈ ਉਹਦੇ x ਕੋਆਰਡੀਨੇਟ ਡਿਫਾਈਨ ਕਰ ਲਏ, y ਕੋਆਰਡੀਨੇਟ ਉਹਦਾ 0 ਕਹਿ ਲਏ। ਰੋਡ ਉੱਪਰ ਰੱਖੀ ਹੁੰਦੀ ਸਿੱਧੀ ਵਰਟੀਕਲ, ਅਸੀਂ ਉਹਦਾ y ਕੋਆਰਡੀਨੇਟ ਲੈ ਲੈਂਦੇ, x 0 ਕਰ ਦਿੰਦੇ। ਇੰਨੀ ਗੱਲ ਕਲੀਅਰ ਆ? Yes, sir. Yes, sir. Yes, sir. ਇਹਨੇ ਇਸ ਮੂਮੈਂਟ ਤੇ ਇਸ ਲੋਕੇਸ਼ਨ ਲੱਭਣੀ ਆ ਕਿ ਵੀ ਸੈਂਟਰ ਮਾਸ ਰੋਡ ਦਾ ਕਿੱਥੇ ਲਾਈ ਕਰਦਾ। ਉਹਦੇ ਲਈ ਅਸੀਂ ਸਮਾਲ ਜਿਹੜੀ ਲੈਂਥ ਲਿੱਤੀ, ਇਹਦਾ ਸਭ ਤੋਂ ਪਹਿਲਾਂ ਸਮਾਲ ਦਾ ਮਾਸ ਡਿਫਾਈਨ ਕਰੀਏ। ਉਹਦੇ ਲਈ ਕੀ ਕਰੀਏ, ਅਸੀਂ ਮੰਨਿਆ ਸਾਡੀ ਰੋਡ ਦਾ ਮਾਸ ਯੂਨੀਫਾਰਮਲੀ ਡਿਸਟ੍ਰੀਬਿਊਟਿਡ ਆ। ਆਪਾਂ ਇਹਨੂੰ ਲਾਈਨ ਇਦਾਂ ਕਹਿੰਦੇ, consider a rod of length L, ठीक है, and of mass M। rod में कोल L length दी ते mass ओदा M आ गया। therefore linear mass density word बोलते हो या ਇਹਦੀ ਥਾਂ ਤੇ ਸੌਖਾ word mass per unit length। मैं आ छोटी जी लेंथ ਦਾ mass ਲਿਖਣਾ ਵਾ ਤੇ ਮੈਂ ਇਹ ਕਰਨ ਲੱਗਿਆ, पूरी रॉड 10 ग्राम दी या 10 मीटर दी लेंथ है, मैं 1 मीटर लेंथ का पहले मास कढ लवां, फिर जिन्नी क लेंथ का मैं मास कढना ओदा यूनिटरी मेथड ला लांगा। ओदे लई ਅਸੀਂ लीनियर मास डेंसिटी यानी मास पर यूनिट लेंथ डिफाइन करिए। ਇਹਦੇ ਲਈ ਆ ਗਿਆ टोटल मास बाय टोटल लेंथ। क्लियर है जी? Yes. Yes, sir. Yes, sir. ਜਿਹੜੀ ਅਸੀਂ ਯੂਨਿਟ ਲੈਂਥ ਦਾ ਮਾਸ ਡਿਫਾਈਨ ਕਰ ਲਿਆ, ਹੁਣ ਅਸੀਂ ਜਿੰਨੀ ਲੈਂਥ ਦਾ ਮਾਸ ਲੈਣਾ ਉਹ ਡਿਫਾਈਨ ਕਰੀਏ। देयरफॉर मास ऑफ स्मॉल एलिमेंटरी लेंथ, ਜਿਹੜੀ ਆਪਣੀ स्मॉल एलिमेंटरी लेंथ आ ਜਿਹਦੀ ਵੈਲਿਊ ਆਪਾਂ dx ਲਿੱਤੀ ਆ, ਇਹਦਾ ਮਾਸ ਲਿਖੇ। ਜੇ ਯੂਨਿਟ ਲੈਂਥ ਦਾ ਮਾਸ m/l ਆ ਤੇ dx ਲੈਂਥ ਦਾ ਕੱਢ ਦੋ, is given by, ਇਹਨੂੰ dm ਨਾਮ ਦੇ ਦੋ और dm की वैल्यू आ गई m/l into dx। क्या आ इक्वेशन क्लियर हुई? कितना बना लिया था? Yes, sir. चल ਹੁਣ ਅਸੀਂ ਫਾਈਂਡ ਆਊਟ ਕਰਨਾ ਕਿ ਆ dx ਮਾਸ ਜਿਹੜਾ ਸੈਂਟਰ ਤੋਂ x ਡਿਸਟੈਂਸ ਤੇ ਆ, ਇਹਦੇ ਪੋਜੀਸ਼ਨ ਕੋਆਰਡੀਨੇਟ x ਵੈਲਿਊ ਦੀ ਕਿੰਨੀ ਬਣਨੀ? y ਤਾਂ ਇਹਦਾ 0 ਕੋਆਰਡੀਨੇਟ ਆ, ਆਪਾਂ ਇਹਦੇ ਕੋਆਰਡੀਨੇਟ ਡਿਫਾਈਨ ਕਰ ਲਏ ਇਦਾਂ ਕਿੰਨੇ ਪਏ, let x cm y cm, cm मतलब सेंटर ऑफ मास, x cm y cm be the coordinates of position of center of mass। center of mass ਦੀ position ਦੇ coordinate x ਤੇ y cm ਅਸੀਂ define ਕਰ ਦਿੱਤੇ। ਜੇ ਹੁਣ ਇਹ coordinate ਅਸੀਂ find out ਕਰਨੇ ਆ ਹਨਾ, ਤੇ coordinate find out ਕਿਹੜੇ ਵੇ ਨਾ ਕਰੀਏ, ਪਿੱਛੇ ਹੁਣੀ ਆਪਾਂ ਟੌਪਿਕ ਕਰਕੇ ਹਟੇ। we know that पोजीशन वेक्टर ਦਾ x या y कोऑर्डिनेट डिफाइन करना फार्मूला सेगा 1/m into x into dm, x into dm। क्लियर है जो लिखा? Yes, sir. ਆਪਾਂ x ਦੀ Yes, sir. ਆਪਣਾ ਕੋਆਰਡੀਨੇਟ x cm वर्ड ਆਪਾਂ ਉਹੀ ਲਿਖ ਦਿੰਦੇ, ਯਾਨੀ x cm ਦੀ ਵੈਲਿਊ ਆ ਗਈ 1/m into x dm ਤੇ dm ਦੀ ਵੈਲਿਊ ਤੁਹਾਡੇ ਨੋਨ ਵੇਰੀਏਬਲ ਚ ਜਿਹੜੀ ਬਣੀ ਆ ਉਹ ਇੱਥੇ ਪੁੱਟ ਕਰ ਲੈਂਦੇ, 1/m into x into dm, dm ਦੀ ਵੈਲਿਊ ਆ ਗਈ m/l into dx। ਇਹਨੂੰ ਸੋਲਵ ਕਰਾਂ, m ਆਪਣਾ ਕੈਨਸਲ ਹੋ ਜਾਣਾ, ਆਪਣੀ ਟਰਮ ਆ ਗਈ 1/l into x dx। ਆ क्लियर है जी? सर इसमें भी n इंफिनिटी है। हाँ पुत ਅਸੀਂ ਇਹ ਮੰਨਦੇ ਨਾ ਆ ਰੋਡ ਤੇ ਦੀ ਜਿਹੜੀ ਆ ਅਸੀਂ ਮੰਨਦੇ ਜੀ ਐਸ ਸੱਚ ਮੇਰੇ ਕੋਲ ਇਨਫਾਈਨਾਈਟ ਨੰਬਰ ਆਫ ਪਾਰਟੀਕਲਸ ਤੋਂ ਬਣੀ ਆ। ਆਪਾਂ ਨੂੰ ਇਹ ਤਾਂ ਪਤਾ ਨਹੀਂ ਇਸ ਰੋਡ ਦੇ ਅੰਦਰ 2 ਪਾਰਟੀਕਲ ਆ ਕਿ 200 ਆ ਕਿ 2 ਮਿਲੀਅਨ ਆ। ਆਪਾਂ ਇਹ ਮੰਨ ਲਿਆ ਆਪਣੀ ਰੋਡ ਦੇ ਅੰਦਰ ਮਿਲੀਅਨ ਆ ਪਾਰਟੀਕਲਸ ਆ ਔਰ ਅਸੀਂ ਉਹਦੇ ਇੱਕ ਸਮਾਲ ਪਾਰਟ ਲੈ ਕੇ ਉਹਦਾ ਮਾਸ ਕੱਢ ਲਿਆ ਤੇ ਫਿਰ ਹੁਣ ਰੋਡ ਦੇ ਅੰਦਰ ਉਹਦੀ ਸੈਂਟਰ ਆਫ ਮਾਸ ਦੀ ਲੋਕੇਸ਼ਨ ਕਿੱਥੇ ਆ ਉਹ ਆਪਾਂ ਕੈਲਕੂਲੇਟ ਕਰਨ ਲੱਗੇ। ਰੋਡ ਇੱਥੇ ਹੁਣ ਕੀ ਡਿਫਾਈਨ ਕਰਨਾ ਕਿ ਇਹਦੀ ਲਿਮਿਟ ਲਾਣੀ ਆ ਕਿਦਾਂ ਕਿ ਜਿਹੜੀ ਤੁਹਾਡੀ ਐਸ ਐਚ dx ਪਾਰਟ ਲੈਣਾ, dx ਪਾਰਟ ਮੈਂ ਬਿਲਕੁਲ ਇਹਦੇ ਨਾਲ ਜੋੜ ਕੇ ਲੈ ਲਵਾਂ 0 ਮੀਟਰ ਤੇ, ਵੱਧ ਤੋਂ ਵੱਧ ਮੈਂ dx ਪਾਰਟ ਲੈਣਾ ਹੋਵੇ ਤੇ ਮੈਂ ਐਂਡ ਇਹਦੀ ਕਹਿੰਦਾ ਜੀ l ਲੈਂਥ ਤੇ ਜਾ ਕੇ ਲਵਾਂਗਾ। ਇਹਦਾ ਮਤਲਬ ਜਿਹੜਾ ਇਸ ਮੂਵਮੈਂਟ ਦੇ ਉੱਤੇ ਲਿਮਿਟ ਹੋਏਗੀ ਉਹ 0 to l ਆ ਜਾਓ। Yes, sir. Yes, sir. ਕਲੀਅਰ ਹੈ ਜੀ ਸਾਰਿਆਂ ਨੂੰ? Yes, sir. ਚਲ ਇਹਨੂੰ ਜੇ ਸੋਲਵ ਕਰ ਦਈਏ ਤੇ देयरफॉर ਸਾਡੇ ਕੋਲ x cm ਦੀ ਵੈਲਿਊ ਆ ਜਾਏਗੀ 1/l into x ਦੀ ਪਾਵਰ 1 ਮਾ ਇੰਟੀਗ੍ਰੇਸ਼ਨ ਦੱਸੀ ਹੋਈ ਆ, ਜਿਹਦੀ ਪਾਵਰ 1 ਉਹਦੀ ਇੰਟੀਗ੍ਰੇਸ਼ਨ ਦਾ ਰੂਲ ਆ, ਉਹਦੇ ਚ 1 ਪਲੱਸ ਕਰਕੇ ਨਵੀਂ ਪਾਵਰ ਨਾਲ ਡਿਵਾਈਡ।
ਇਹਦੇ ਨਾਲ ਇਹਦੀ ਇੰਟੀਗ੍ਰੇਸ਼ਨ x²/2 ਆ ਗਈ, ਲਿਮਿਟ 0 to l ਆ ਜਾਏਗੀ। ਠੀਕ ਹੈ, ਲਿਮਿਟ ਪੁੱਟ ਕਰ ਲਓ ਇੱਥੇ, ਆਪਣੇ ਕੋਲ ਵੈਲਿਊ ਬਣ ਗਈ l²/2l, ਕਿਉਂਕਿ ਇੱਕ ਵਾਰੀ l ਪੁੱਟ ਕਰਨਾ, ਇੱਕ ਵਾਰੀ 0, 0 ਵੇਲੇ ਤੇ 0 ਰਹਿ ਜਾਣਾ। ਤੇ ਇਹਦੇ ਵਿੱਚੋਂ ਜੇ ਕੈਨਸਲ ਕਰਾਂ, ਇਹਦਾ ਮਤਲਬ x ਕੋਆਰਡੀਨੇਟ ਜਿਹੜਾ ਆਪਣੇ ਕੋਲ ਆਇਆ, ਜਿਹੜਾ ਸੈਂਟਰ ਮਾਸ ਦਾ x ਕੋਆਰਡੀਨੇਟ ਆਇਆ, ਉਹ ਸੈਂਟਰ ਰੋਡ ਦੇ 0 ਐਂਡ ਤੋਂ l/2 ਲੈਂਥ ਤੇ ਆਇਆ। ਯਾਨੀ ਰੋਡ ਦੇ ਸੈਂਟਰ ਦੇ ਵਿੱਚ ਜਿਹੜਾ ਵਾ ਉਹਦਾ ਸੈਂਟਰ ਮਾਸ ਹੋਏਗਾ ਜੇ ਰੋਡ ਦਾ ਮਾਸ ਯੂਨੀਫਾਰਮਲੀ ਡਿਸਟ੍ਰੀਬਿਊਟਡ ਆ। ਔਰ y ਕੋਆਰਡੀਨੇਟ ਦਾ y ਕੋਆਰਡੀਨੇਟ ਕੱਢੀਏ ਤੇ ਸੈਂਟਰ ਮਾਸ ਦਾ y ਕੋਆਰਡੀਨੇਟ ਦਾ 0 ਰਹੇਗਾ। ਇਮਲ ਜੇ ਰੋਡ ਮੇਰੀ x ਐਕਸਿਸ ਦੇ ਲੌਂਗ ਆ, ਜੇ ਰੋਡ ਮੇਰੀ x ਐਕਸਿਸ ਦੇ ਲੌਂਗ ਰੱਖੀ ਆ ਤੇ ਇਹਦਾ ਸੈਂਟਰ ਮਾਸ ਦੀ ਲੋਕੇਸ਼ਨ ਜਿਹੜੀ ਆ ਉਸ origin ਤੋਂ l/2 ਡਿਸਟੈਂਸ ਤੇ ਆਈ ਆ x ਐਕਸਿਸ ਦੇ ਲੌਂਗ, ਔਰ y ਵਾਲੇ ਪਾਸੇ ਨੂੰ ਮੈਨੂੰ ਜਾਣੇ ਨਹੀਂ ਪੈਣਾ। ਇਨੀ ਗੱਲ ਕਲੀਅਰ ਆ? Yes, sir. Yes, sir. ਆਪਣੇ ਕੋਲ ਫਿਰ ਜਿਹੜੇ ਸੈਂਟਰ ਮਾਸ ਦੇ ਕੋਆਰਡੀਨੇਟ ਆ ਗਏ, ਠੀਕ ਹੈ, therefore ਜਿਹੜੇ ਸੈਂਟਰ ਮਾਸ ਦੇ ਕੋਆਰਡੀਨੇਟ ਆਉਗੇ ਉਹਨੂੰ ਆਪਾਂ ਡਿਫਾਈਨ ਕਰੀਏ। ਸੋ ਪੋਜੀਸ਼ਨ ਵੈਕਟਰ for center of mass of uniform rod lies at l/2 ਤੇ 0 ਆ ਉਹਦੇ ਕੋਆਰਡੀਨੇਟਸ ਆ ਜੂਗੇ। क्या ਇੰਨੀ ਗੱਲ ਕਲੀਅਰ ਆ? Yes, sir. ਇਹਦਾ ਮਤਲਬ ਬੇਟਾ ਆਪਣੇ ਕੋਲ ਸ਼ੇਪ ਕੋਈ ਵੀ ਗਿਵਨ ਹੋਵੇ, ਠੀਕ ਹੈ, ਜਿਸ ਟਾਈਪ ਦੀ ਬਾਡੀ ਦੀ ਸ਼ੇਪ ਹੋਏਗੀ, ਜੇ ਉਹਦੇ ਅੰਦਰ ਮਾਸ ਯੂਨੀਫਾਰਮਲੀ ਡਿਸਟ੍ਰੀਬਿਊਟਡ ਆ ਤੇ ਹਮੇਸ਼ਾ ਉਹਦਾ ਸੈਂਟਰ ਆਫ ਮਾਸ ਜਿਹੜਾ ਵਾ ਉਹਦੇ ਜਿਓਮੈਟ੍ਰੀਕਲ ਸੈਂਟਰ ਦੇ ਉੱਤੇ ਕਿੰਨਾ ਜਿਲਾਈ ਕਰੇਗਾ। ਇਹ ਆਪਣਾ ਇੱਕ ਜਨਰਲਾਈਜ਼ ਰਿਜ਼ਲਟ ਹੋਏਗਾ। क्या ਇੰਨੀ ਗੱਲ ਸਮਝ ਲੱਗੀ?